परम सन्मानयोग गुरु रूप खालसा साध संगत जी, वाहेगुरु जी का खालसा वाहेगुरु जी की फतेह। साकी श्री गुरु गोबिंद साहब जी। जद राजा भीम चंद ने प्रशादी हाथी गुरु साहब जी तो मंगिया, पर गुरु साहब जी ने उसकी खोटी नीत समझ के ना कर दिती तो उसने जंग करन बारे सोचिया। उसके सलाहकारां ने समझाया कि गुरु साहब जी नाल वैर रखना ठीक नहीं है। ਜਦੋਂ ਤੁਹਾਡੇ ਲੜਕੇ ਦਾ ਵਿਆਹ ਆਵੇਗਾ ਤਾਂ ਅਸੀਂ ਹਾਥੀ ਫਿਰ ਮੰਗ ਲਵਾਂਗੇ। ਇਸ ਤਰ੍ਹਾਂ ਭੀਮ ਚੰਦ ਸ਼ਾਂਤ ਹੋ ਕੇ ਬੈਠ ਗਿਆ ਤੇ ਵਿਆਹ ਦੇ ਦਿਨ ਉਡੀਕਣ ਲੱਗਾ। ਉਧਰ ਗੁਰੂ ਸਾਹਿਬ ਜੀ ਦੀ ਸੈਨਾ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਸੀ। ਇਹ ਸਭ ਵੇਖ ਕੇ ਮਸੰਦ ਡਰਨ ਲੱਗੇ ਕਿ ਪਤਾ ਨਹੀਂ ਜੰਗ ਕਦੋਂ ਛਿੜ ਪਵੇਗੀ। ਬੜੇ ਸੁੱਖ ਚੈਨ ਨਾਲ ਬੈਠੇ ਸਾਂ। ਸਭ ਚੀਜ਼ਾਂ ਸੰਗਤ ਪਾਸੋਂ ਆਪਣੇ ਆਪ ਮਿਲ ਰਹੀਆਂ ਸਨ। ਜੇ ਯੁੱਧ ਹੋ ਗਿਆ ਤਾਂ ਬੜੀਆਂ ਮੁਸੀਬਤਾਂ ਖੜੀਆਂ ਹੋ ਜਾਣਗੀਆਂ। ਸਾਰੇ ਮਸੰਦ ਸਲਾਹ ਕਰਕੇ ਮਾਤਾ ਗੁਜਰੀ ਜੀ ਪਾਸ ਆ ਗਏ ਕਿ ਤੁਸੀਂ ਸਮਝਾਓ ਆਪਣੇ ਪੁੱਤਰ ਨੂੰ ਕਿ ਇੱਕ ਪਾਸੇ ਔਰੰਗਜ਼ੇਬ ਹੈ ਤੇ ਦੂਜੇ ਪਾਸੇ ਪਹਾੜੀ ਰਾਜੇ। ਦੋਵੇਂ ਪਾਸੇ ਵੈਰ ਲੈ ਬੈਠਾਂਗੇ ਤਾਂ ਕਿੱਥੇ ਜਾਵਾਂਗੇ। ਸਤਿਗੁਰੂ ਜੀ, ਨੌਜਵਾਨ ਬੱਚੇ ਹਨ, ਇਹਨਾਂ ਅਜੇ ਜੰਗ ਦਾ ਰੰਗ ਨਹੀਂ ਵੇਖਿਆ। ਤੁਸੀਂ ਸਮਝਾਓ ਗੁਰੂ ਜੀ ਨੂੰ। ਮਾਤਾ ਜੀ ਮਸੰਦਾਂ ਦੀਆਂ ਗੱਲਾਂ ਸੁਣ ਕੇ ਬਹੁਤ ਡਰ ਗਏ ਤੇ ਚਿੰਤਾ ਕਰਨ ਲੱਗੇ। ਮਾਤਾ ਜੀ ਗੁਰੂ ਸਾਹਿਬ ਜੀ ਪਾਸ ਗਏ ਤੇ ਕਹਿਣ ਲੱਗੇ, ਪੁੱਤਰ ਤੁਸੀਂ ਸਾਰਿਆਂ ਦੇ ਪੂਜ ਹੋ, ਸਾਰਾ ਜੱਗ ਤੁਹਾਨੂੰ ਮੰਨਦਾ ਹੈ। ਪਹਾੜੀ ਰਾਜੇ ਸਾਡੇ ਗੁਆਂਢੀ ਹਨ, ਉਹਨਾਂ ਨਾਲ ਵੈਰ ਰੱਖਣਾ ਠੀਕ ਨਹੀਂ ਹੈ। ਉਧਰ ਔਰੰਗਜ਼ੇਬ ਵੀ ਦੁਸ਼ਮਣ ਹੈ। ਗੁਰੂ ਸਾਹਿਬ ਜੀ ਨੇ ਮਾਤਾ ਜੀ ਦੇ ਬਚਨ ਸੁਣ ਕੇ ਕਿਹਾ, ਮਾਤਾ ਜੀ ਸਾਡਾ ਜਨਮ ਹੀ ਦੁਸ਼ਮਣਾਂ ਦਾ ਨਾਸ਼ ਕਰਨ ਵਾਸਤੇ ਹੋਇਆ ਹੈ। ਸਾਨੂੰ ਅਕਾਲ ਪੁਰਖ ਨੇ ਹੇਮਕੁੰਡ ਤੋਂ ਤਪ ਕਰਦਿਆਂ ਨੂੰ ਹੀ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਭੇਜਿਆ ਹੈ। ਜੇ ਇਹ ਸਾਡੀ ਬੁਰਾਈ ਕਰਨਗੇ ਤਾਂ ਇੱਥੇ ਵੀ ਦੁੱਖ ਪਾਉਣਗੇ ਤੇ ਅੱਗੇ ਨਰਕਾਂ ਵਿੱਚ ਵੀ। ਮੈਂ ਇਹਨਾਂ ਪਹਾੜੀ ਰਾਜਿਆਂ ਦਾ ਹੰਕਾਰ ਤੋੜ ਕੇ ਛੱਡਾਂਗਾ। ਮਾਤਾ ਜੀ, ਅਸੀਂ ਤੁਹਾਡਾ ਹੁਕਮ ਇੰਨਾ ਹੀ ਮੰਨ ਸਕਦੇ ਹਾਂ ਕਿ ਅਸੀਂ ਪਹਿਲਾਂ ਕੋਈ ਝਗੜਾ ਨਹੀਂ ਕਰਾਂਗੇ, ਪਰ ਜੇ ਪਹਾੜੀਏ ਹੰਕਾਰ ਨਾਲ ਕੋਈ ਛੇੜ ਕਰਨਗੇ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਫਿਰ ਇਸ ਤਰ੍ਹਾਂ ਹੀ ਰਾਜੇ ਭੀਮ ਚੰਦ ਦੀ ਗੱਲ ਸਾਰੇ 22 ਧਰ ਦੇ ਰਾਜਿਆਂ ਵਿੱਚ ਫੈਲ ਗਈ। ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਇੱਕ ਬਲਵਾਨ ਸੂਰਮੇ ਹਨ। ਉਹਨਾਂ ਦੇ ਹੱਥ ਵਿੱਚ ਇੱਕ ਬੜਾ ਭਾਰੀ ਤੁਨਕ ਹੈ ਜਿਸ ਨੂੰ ਹੋਰ ਕੋਈ ਸੂਰਮਾ ਨਹੀਂ ਖਿੱਚ ਸਕਦਾ। ਰਾਜਾ ਕਿਰਪਾਲ ਚੰਦ ਕਟੋਚੀਆ, ਜਿਸ ਦੀ ਰਾਜਧਾਨੀ ਕਾਂਗੜਾ ਸੀ, ਉਹ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਰਾਜਾ ਭੀਮ ਚੰਦ ਤੇ ਗੁਰੂ ਸਾਹਿਬ ਜੀ ਦੀ ਲੜਾਈ ਕਰਵਾਈ ਜਾਏ। ਉਸਨੇ ਪਹਿਲਾਂ ਆਪਣਾ ਦੂਤ ਭੀਮ ਚੰਦ ਵੱਲ ਭੇਜਿਆ। ਉਸਨੇ ਲਿਖਿਆ ਕਿ ਮੈਂ ਸੁਣਿਆ ਹੈ ਤੁਹਾਡੇ ਨਾਲ ਗੁਰੂ ਸਾਹਿਬ ਜੀ ਵੈਰ ਰੱਖਦੇ ਹਨ। ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ, ਜਿਸ ਕਰਕੇ ਮੈਂ ਤੁਹਾਨੂੰ ਇਹ ਲਿਖ ਰਿਹਾ ਹਾਂ। ਗੁਰੂ ਸਾਹਿਬ ਜੀ ਬੜੇ ਨਿਡਰ ਹੋ ਗਏ ਹਨ, ਉਹ ਕਿਸੇ ਪਾਸੋਂ ਡਰਦੇ ਵੀ ਨਹੀਂ। ਜੇ ਤੁਹਾਨੂੰ ਇਹਨਾਂ ਨਾਲ ਜੰਗ ਕਰਨੀ ਪਵੇ ਤਾਂ ਇਸ ਵਿੱਚ ਤੁਹਾਡਾ ਕੋਈ ਦੋਸ਼ ਨਹੀਂ ਹੋਵੇਗਾ। ਜੰਗ ਕਰਕੇ ਇਹਨਾਂ ਨੂੰ ਆਪਣੇ ਰਾਜ ਵਿੱਚੋਂ ਬਾਹਰ ਕੱਢ ਦਿਓ ਤੇ ਸੁੱਖ ਦੀ ਨੀਂਦ ਲਵੋ। ਜਦ ਰਾਜੇ ਭੀਮ ਚੰਦ ਨੇ ਕਿਰਪਾਲ ਚੰਦ ਦੀ ਇਹ ਚਿੱਠੀ ਪੜ੍ਹੀ ਤਾਂ ਉਹ ਕੁਝ ਚਿੰਤਾਵਾਨ ਹੋ ਕੇ ਦੂਤ ਨੂੰ ਕਹਿਣ ਲੱਗਾ ਕਿ ਕਿਰਪਾਲ ਚੰਦ ਨੇ ਸੱਚ ਲਿਖਿਆ ਹੈ। ਮੈਂ ਵੀ ਇਸ ਗੱਲ ਤੋਂ ਅਵੇਸਲਾ ਨਹੀਂ ਹਾਂ। ਜੇ ਗੁਰੂ ਜੀ ਸਾਡੇ ਅਨੁਸਾਰ ਨਹੀਂ ਚੱਲਣਗੇ ਤਾਂ ਮੈਂ ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿਆਂਗਾ। ਭੀਮ ਚੰਦ ਦਾ ਇਹ ਉੱਤਰ ਲੈ ਕੇ ਦੂਤ ਨੇ ਵਾਪਸ ਕਾਂਗੜੇ ਪਹੁੰਚ ਕੇ ਸਾਰੀ ਗੱਲ ਕਿਰਪਾਲ ਚੰਦ ਨੂੰ ਦੱਸੀ। ਕਿਰਪਾਲ ਚੰਦ ਨੇ ਫਿਰ ਆਪਣਾ ਇੱਕ ਦੂਤ ਗੁਰੂ ਸਾਹਿਬ ਜੀ ਵੱਲ ਭੇਜਿਆ। ਦੂਤ ਨੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਮੈਨੂੰ ਕਟੋਚ ਦੇ ਰਾਜੇ ਕਿਰਪਾਲ ਚੰਦ ਨੇ ਆਪ ਜੀ ਪਾਸ ਭੇਜਿਆ ਹੈ। ਉਹਨਾਂ ਨੇ ਸੁਣਿਆ ਹੈ ਕਿ ਰਾਜਾ ਭੀਮ ਚੰਦ ਤੁਹਾਡੇ ਨਾਲ ਵੈਰ ਰੱਖਦਾ ਹੈ। ਤੁਹਾਨੂੰ ਉਸ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਤੁਸੀਂ ਹਰ ਪ੍ਰਕਾਰ ਦੇ ਸਮਰੱਥ ਹੋ। ਰਾਜਾ ਭੀਮ ਚੰਦ ਹੰਕਾਰ ਕਰਕੇ ਤੁਹਾਡੇ ਨਾਲ ਖਰਾਬੀ ਕਰਨੀ ਚਾਹੁੰਦਾ ਹੈ। ਭਾਵੇਂ ਤੁਸੀਂ ਉਸ ਦੇ ਰਾਜ ਵਿੱਚ ਆਣ ਕੇ ਉਸ ਦਾ ਰਾਜ ਹੀ ਪਵਿੱਤਰ ਕੀਤਾ ਹੈ, ਪਰ ਉਹ ਖੋਟੀ ਨੀਤ ਵਾਲਾ ਇਸ ਗੱਲ ਨੂੰ ਨਹੀਂ ਸਮਝ ਸਕਦਾ। ਦੂਤ ਦੀਆਂ ਇਹ ਗੱਲਾਂ ਸੁਣ ਕੇ ਗੁਰੂ ਸਾਹਿਬ ਜੀ ਚੁੱਪ ਰਹੇ ਤੇ ਕੋਈ ਉੱਤਰ ਨਾ ਦਿੱਤਾ। ਦੂਤ ਨੇ ਵਾਪਸ ਜਾ ਕੇ ਕਿਰਪਾਲ ਚੰਦ ਨੂੰ ਸਾਰੀ ਗੱਲ ਸੁਣਾਈ ਤੇ ਦੱਸਿਆ ਕਿ ਗੁਰੂ ਸਾਹਿਬ ਜੀ ਯੁੱਧ ਦੇ ਬੜੇ ਧਨੀ ਹਨ। ਉਹ ਜੰਗ ਦੀ ਬਹੁਤ ਤਿਆਰੀ ਕਰ ਰਹੇ ਹਨ। ਉਹਨਾਂ ਨੂੰ ਕਿਸੇ ਦਾ ਭੈ ਵੀ ਨਹੀਂ ਹੈ। ਕਿਰਪਾਲ ਚੰਦ ਦੂਤ ਪਾਸੋਂ ਇਹ ਸੁਣ ਕੇ ਬੜਾ ਖੁਸ਼ ਹੋਇਆ ਕਿ ਇਹ ਠੀਕ ਹੋਵੇਗਾ ਕਿ ਇਹ ਦੋਵੇਂ ਆਪਸ ਵਿੱਚ ਵੈਰੀ ਬਣ ਜਾਣਗੇ। ਇਹਨਾਂ ਦੀ ਲੜਾਈ ਵਿੱਚ ਮੈਨੂੰ ਬਹੁਤ ਲਾਭ ਹੋਵੇਗਾ। ਇੱਧਰ ਭੀਮ ਚੰਦ ਫਿਰ ਗੁਰੂ ਸਾਹਿਬ ਜੀ ਪਾਸੋਂ ਹਾਥੀ ਤੇ ਚਾਨਣੀ ਮੰਗਣ ਵਾਸਤੇ ਬੜਾ ਮਿੱਠਾ ਪਿਆਰਾ ਹੋ ਕੇ ਗੁਰੂ ਸਾਹਿਬ ਜੀ ਨਾਲ ਮੇਲ ਰੱਖਣ ਵਾਸਤੇ ਸੁਨੇਹੇ ਭੇਜਦਾ ਰਿਹਾ। ਗੁਰੂ ਸਾਹਿਬ ਜੀ ਵੀ ਅੰਤਰਯਾਮੀ ਉਸ ਦੇ ਇਸ ਕਪਟ ਨੂੰ ਚੰਗੀ ਤਰ੍ਹਾਂ ਸਮਝ ਰਹੇ ਸਨ ਤੇ ਉਸ ਨਾਲ ਉਸ ਵਰਗਾ ਹੀ ਵਰਤਾਵਾ ਕਰਦੇ। ਰਾਜਾ ਫਤਿਹ ਸ਼ਾਹ ਨੇ ਆਪਣੀ ਲੜਕੀ ਦਾ ਵਿਆਹ ਦੇ ਕੇ ਭੀਮ ਚੰਦ ਨੂੰ ਸਾਹੇ ਦੀ ਤਰੀਕ ਲਿਖ ਦਿੱਤੀ। ਇਸ ਤਰ੍ਹਾਂ ਰਾਜਾ ਭੀਮ ਚੰਦ ਨੂੰ ਸਮਾਂ ਹੱਥ ਆ ਗਿਆ। ਉਸਨੇ ਆਪਣਾ ਚਤੁਰ ਪ੍ਰੋਹਤ ਤੇ ਰਾਜਾ ਕੇਸਰੀ ਚੰਦ ਨੂੰ ਗੁਰੂ ਸਾਹਿਬ ਜੀ ਪਾਸ ਭੇਜਿਆ ਕਿ ਗੁਰੂ ਸਾਹਿਬ ਜੀ ਨੂੰ ਕਹਿਣਾ, ਮੇਰੇ ਲੜਕੀ ਦੀ ਸ਼ਾਦੀ ਹੈ, ਇਸ ਵਾਰ ਤੁਸੀਂ ਆਪਣਾ
ਪ੍ਰਸ਼ਾਦੀ ਹਾਥੀ 5 ਕਿਲਾ ਸ਼ਸਤਰ ਤੇ ਚੌਂਕੀ ਕੁਛ ਦਿਨਾਂ ਵਾਸਤੇ ਭੇਜ ਦਿਓ। ਵਿਆਹ ਪਿੱਛੋਂ ਛੇਤੀ ਹੀ ਮੋੜ ਦਿੱਤੀਆਂ ਜਾਣਗੀਆਂ। ਰਾਜੇ ਨੇ ਇਹ ਵੀ ਬੇਨਤੀ ਕੀਤੀ ਕਿ ਇਹਨਾਂ ਦੇ ਨਾਲ 4000 ਰੁਪਇਆ ਤੁਹਾਨੂੰ ਭੇਟ ਦਿੱਤਾ ਜਾਵੇਗਾ। ਪੰਮੇ ਪ੍ਰੋਹਤ ਦੀ ਇਹ 4000 ਰੁਪਇਆ ਭੇਟਾ ਵਾਲੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਨੇ ਫਰਮਾਇਆ ਕਿ ਮੰਦੀ ਬੁੱਧੀ ਵਾਲਾ ਸਾਨੂੰ ਇੱਕ ਵਿਹਾਰੀ ਆਦਮੀ ਸਮਝ ਕੇ ਭਾੜੇ ਦਾ ਲਾਲਚ ਦੇਣਾ ਚਾਹੁੰਦਾ ਹੈ। ਗੁਰੂ ਸਾਹਿਬ ਜੀ ਨੇ ਗੁੱਸੇ ਵਿੱਚ ਨੇਤਰ ਲਾਲ ਕਰਕੇ ਆਖਿਆ, ਓਏ ਮੂਰਖੋ, ਇਹ ਤੁਸਾਂ ਕੀ ਆਖਿਆ ਹੈ? ਤੁਸਾਂ ਸਾਨੂੰ ਕੀ ਸਮਝਿਆ ਹੋਇਆ ਹੈ? ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਕ੍ਰੋਧਵਾਨ ਹੋਏ ਵੇਖ ਕੇ ਕੇਸਰੀ ਚੰਦ ਨੇ ਹੱਥ ਜੋੜ ਕੇ ਆਖਿਆ, ਜੀ ਅਸੀਂ ਕੀ ਜਾਣੀਏ, ਜਿਸ ਤਰ੍ਹਾਂ ਭੀਮ ਚੰਦ ਨੇ ਸਾਨੂੰ ਆਖਿਆ ਹੈ ਅਸੀਂ ਉਸੇ ਤਰ੍ਹਾਂ ਹੀ ਸੁਨੇਹਾ ਲੈ ਕੇ ਤੁਹਾਡੇ ਪਾਸ ਆ ਗਏ ਹਾਂ। ਫਿਰ ਵੀ ਰਾਜੇ ਦਾ ਤੇ ਤੁਹਾਨੂੰ ਕੁਛ ਦੇਣਾ ਬਣਦਾ ਹੀ ਹੈ, ਕਿਉਂਕਿ ਤੁਹਾਡਾ ਵਿਹਾਰ ਹੀ ਸਾਰਾ ਲੋਕਾਂ ਦੇ ਚੜਾਵੇ ਉੱਤੇ ਹੈ। ਕੇਸਰੀ ਚੰਦ ਪਾਸੋਂ ਇਹ ਗੱਲਾਂ ਸੁਣ ਕੇ ਗੁਰੂ ਸਾਹਿਬ ਜੀ ਨੂੰ ਬਹੁਤ ਗੁੱਸਾ ਆਇਆ ਤਾਂ ਉਹਨਾਂ ਨੇ ਦੀਵਾਨ ਨੰਦ ਚੰਦ ਤੇ ਸੰਗੋ ਸ਼ਾਹ ਨੂੰ ਕਿਹਾ ਕਿ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਦੋਵੇਂ ਗੁੱਸੇ ਵਿੱਚ ਬੋਲੇ, ਰਾਜੇ ਭੀਮ ਚੰਦ ਦੇ ਰਾਜ ਵਿੱਚ ਵਸ ਕੇ ਮਨ ਵਿੱਚ ਉਸ ਦਾ ਡਰ ਨਹੀਂ ਰੱਖਿਆ। ਸਾਡੇ ਬਿਲਾਸਪੁਰ ਪਹੁੰਚਣ ਦੀ ਢਿੱਲ ਹੈ, ਵੇਖਣਾ ਅਨੰਦਪੁਰ ਵਿੱਚ ਕਿਸ ਤਰ੍ਹਾਂ ਲੁੱਟ ਮੱਚਦੀ ਹੈ। ਫਿਰ ਤੁਹਾਡੀ ਬਹਾਦਰੀ ਵੇਖੀ ਜਾਵੇਗੀ। ਜਦੋਂ ਫੜ ਕੇ ਕੈਦ ਕਰਕੇ ਤੁਹਾਨੂੰ ਲੈ ਜਾਵਾਂਗੇ। ਤੁਸੀਂ ਮੰਗਵੀਆਂ ਚੀਜ਼ਾਂ ਨਹੀਂ ਦਿੱਤੀਆਂ, ਹੁਣ ਅਸੀਂ ਸਾਰੀਆਂ ਖੋਹ ਕੇ ਲੈ ਕੇ ਜਾਣੀਆਂ ਹਨ। ਸਿੱਖਾਂ ਨੇ ਆਖਿਆ, ਗੁਰੂ ਜੀ ਜੇ ਹੁਕਮ ਕਰੋ ਤਾਂ ਇਹਨਾਂ ਦੇ ਕੜੇ ਕੰਠੇ ਅਸੀਂ ਲਾਹ ਦਿੰਦੇ ਹਾਂ, ਡੇਰਾ ਲੁੱਟ ਲੈਂਦੇ ਹਾਂ। ਇਹ ਕੀ ਯਾਦ ਕਰਨਗੇ ਕਿ ਅਸੀਂ ਕਿੱਥੇ ਗਏ ਸਾਂ। ਪਰ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਇਹ ਦੂਤ ਬਣ ਕੇ ਆਏ ਹਨ, ਇਹਨਾਂ ਤੋਂ ਕੋਈ ਚੀਜ਼ ਨਹੀਂ ਖੋਣੀ। ਇਹਨਾਂ ਨਾਲ ਇੰਨੀ ਹੀ ਬੜੀ ਹੈ ਜਿੰਨੀ ਹੋ ਗਈ ਹੈ। ਕੇਸਰੀ ਚੰਦ ਤੇ ਪੰਮਾ ਪ੍ਰੋਹਤ ਦੋਵੇਂ ਨਿੰਮੋ ਝੂਣੇ ਹੋ ਕੇ ਵਾਪਸ ਬਿਲਾਸਪੁਰ ਪਹੁੰਚ ਗਏ। ਇੱਧਰ ਗੁਰੂ ਸਾਹਿਬ ਜੀ ਨੇ ਆਪਣੀ ਹਰ ਪ੍ਰਕਾਰ ਦੀ ਤਿਆਰੀ ਆਰੰਭ ਕਰ ਦਿੱਤੀ ਕਿ ਹੁਣ ਭੀਮ ਚੰਦ ਨਾਲ ਮੁੱਠਭੇੜ ਹੋਵੇਗੀ। ਐਸੀ ਤਿਆਰੀ ਵੇਖ ਕੇ ਕੁਛ ਮਸੰਦ ਡਰ ਗਏ ਤੇ ਮਾਤਾ ਜੀ ਪਾਸ ਪਹੁੰਚ ਗਏ। ਇਹ ਸਾਰੀ ਗੱਲ ਸੁਣਾਈ ਕਿ ਕਿਹਾ ਕਿ ਗੁਰੂ ਸਾਹਿਬ ਜੀ ਕਿਸੇ ਦਾ ਕਿਹਾ ਨਹੀਂ ਮੰਨਦੇ। ਹੁਣ ਜਦ ਪੰਮਾ ਤੇ ਕੇਸਰੀ ਚੰਦ ਆਪਣੀ ਨਿਰਾਦਰੀ ਦਾ ਹਾਲ ਭੀਮ ਚੰਦ ਨੂੰ ਜਾ ਕੇ ਦੱਸਣਗੇ ਤਾਂ ਭੀਮ ਚੰਦ ਆਪਣੀ ਆਣਾ ਲੈ ਕੇ ਆ ਜਾਵੇਗਾ ਤੇ ਵਿਅਰਥ ਹੀ ਜੰਗ ਛਿੜ ਪਵੇਗੀ। ਇਹ ਸਭ ਗੱਲਾਂ ਸੁਣ ਕੇ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਸਮਝਾਇਆ ਕਿ ਪੁੱਤਰ, ਪਹਿਲਾਂ ਔਰੰਗਜ਼ੇਬ ਸਾਡਾ ਵੈਰੀ ਹੈ ਤੇ ਹੁਣ ਪਹਾੜੀ ਰਾਜਿਆਂ ਨਾਲ ਵੀ ਵਿਗਾੜ ਕੇ 4 ਚੁਫੇਰੇ ਝਗੜਾ ਉੱਠ ਖੜਾ ਹੋਵੇਗਾ। ਸਾਰਾ ਦੇਸ਼ ਸਾਡਾ ਵੈਰੀ ਬਣ ਜਾਵੇਗਾ। ਮਾਤਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਫਰਮਾਇਆ, ਅਸੀਂ ਕੋਈ ਝਗੜਾ ਖੜਾ ਨਹੀਂ ਕੀਤਾ, ਪਰ ਜੇ ਉਹ ਹੰਕਾਰ ਕਰਕੇ ਮੂਰਖ ਆਦਮੀ ਭੇਜ ਕੇ ਕਪਟ ਭਰੀਆਂ ਗੱਲਾਂ ਕਰਕੇ ਸਾਨੂੰ ਛੱਲਣਾ ਚਾਹੁਣ ਤਾਂ ਫਿਰ ਅਸੀਂ ਉਹਨਾਂ ਦੇ ਛਲ ਵਿੱਚ ਕਿਸ ਤਰ੍ਹਾਂ ਆਈਏ। ਉਹ ਧੋਖੇ ਨਾਲ ਸਾਡੇ ਪਾਸੋਂ ਸਾਡੀਆਂ ਚੀਜ਼ਾਂ ਮੰਗਵਾਉਣਾ ਚਾਹੁੰਦੇ ਹਨ। ਇੱਧਰ ਕੇਸਰੀ ਚੰਦ ਤੇ ਪੰਮਾ ਪ੍ਰੋਹਤ ਗੁਰੂ ਸਾਹਿਬ ਜੀ ਤੋਂ ਸਖਤ ਉੱਤਰ ਲੈ ਕੇ ਝੂਰਦੇ ਹੋਏ ਬਿਲਾਸਪੁਰ ਪਹੁੰਚ ਗਏ, ਜਿੱਥੇ ਰਾਜਾ ਭੀਮ ਚੰਦ ਬੈਠਾ ਹੋਇਆ ਸੀ। ਉਸ ਅੱਗੇ ਕੇਸਰੀ ਚੰਦ ਨੇ ਪੱਗ ਪਟਕਾ ਕੇ ਸੁੱਟ ਦਿੱਤੀ ਤੇ ਰੋਣ ਲੱਗ ਪਿਆ ਤੇ ਕਿਹਾ, ਤੁਸੀਂ ਉਸ ਪਾਸੋਂ ਹਾਥੀ ਮੰਗਦੇ ਹੋ ਜਿਹੜਾ ਤੁਹਾਡਾ ਰਾਜ ਖੋਣ ਨੂੰ ਫਿਰਦਾ ਹੈ। ਸਾਨੂੰ ਉਹਨਾਂ ਪਾਸ ਭੇਜ ਕੇ ਤੁਸੀਂ ਸਾਡੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੈ। ਸਾਨੂੰ ਉਹਨਾਂ ਨੇ ਲੱਤਾਂ ਮੁੱਕੀਆਂ ਮਾਰ ਕੇ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ਹੈ। ਫਿਰ ਭੀਮ ਚੰਦ ਨੇ ਗੁੱਸੇ ਨਾਲ ਪੁੱਛਿਆ ਕਿ ਮੈਨੂੰ ਸਾਰੀ ਗੱਲ ਦੱਸੋ, ਕੀ ਹੋਈ ਹੈ। ਕੇਸਰੀ ਚੰਦ ਤੇ ਪੰਮਾ ਪ੍ਰੋਹਤ ਨੇ ਜਦ ਭੀਮ ਚੰਦ ਨੂੰ ਸਾਰੀ ਵਾਰਤਾ ਦੱਸੀ ਤਾਂ ਉਹਨਾਂ ਦੋਹਾਂ ਪਾਸੋਂ ਇਹ ਗੱਲਾਂ ਸੁਣ ਕੇ ਭੀਮ ਚੰਦ ਨੇ ਬੜੇ ਕ੍ਰੋਧ ਨਾਲ ਗੁਰੂ ਸਾਹਿਬ ਜੀ ਨੂੰ ਚਿੱਠੀ ਲਿਖਵਾਈ ਕਿ ਜੇ ਅਨੰਦਪੁਰ ਸਾਹਿਬ ਵਿੱਚ ਵਸਣਾ ਚਾਹੁੰਦੇ ਹੋ ਤਾਂ ਹਾਥੀ ਭੇਜ ਦਿਓ, ਨਹੀਂ ਤਾਂ ਤੁਹਾਡਾ ਨਗਰ ਖੋਹ ਕੇ ਤੁਹਾਨੂੰ ਪਿੰਡ ਵਿੱਚੋਂ ਬਾਹਰ ਕੱਢ ਦਿਆਂਗਾ। ਜੇ ਲੜਾਈ ਕਰੋਗੇ ਤਾਂ ਸਾਰੇ ਸਿੱਖਾਂ ਨੂੰ ਮਾਰ ਕੇ ਤੁਹਾਨੂੰ ਕੈਦ ਕਰ ਲਵਾਂਗਾ। ਹੁਣ ਤੱਕ ਤਾਂ ਮੈਂ ਟਾਲਦਾ ਆ ਰਿਹਾ ਸੀ, ਪਰ ਹੁਣ ਤੁਹਾਨੂੰ ਆਪਣੇ ਰਾਜ ਵਿੱਚ ਸ਼ਿਕਾਰ ਖੇਡਣ ਨਹੀਂ ਦਿਆਂਗਾ। ਮੇਰੀ ਸੈਨਾ ਆਈ ਸਮਝੋ, ਮੇਰੇ ਦੇਸ਼ ਵਿੱਚੋਂ ਨਿਕਲ ਜਾਓ, ਨਹੀਂ ਤਾਂ ਮੈਂ ਤਲਵਾਰ ਦੇ ਜ਼ੋਰ ਨਾਲ ਹਾਥੀ ਲੈ ਲਵਾਂਗਾ ਤੇ ਤੁਹਾਨੂੰ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕੱਢ ਦਿਆਂਗਾ। ਗੁਰੂ ਸਾਹਿਬ ਜੀ ਨੂੰ ਚਿੱਠੀ ਪਾ ਕੇ ਭੀਮ ਚੰਦ ਨੇ ਦੂਜੇ ਪਹਾੜੀ ਰਾਜਿਆਂ ਨੂੰ ਚਿੱਠੀਆਂ ਪਾ ਦਿੱਤੀਆਂ ਕਿ ਆਪਣੀਆਂ ਫੌਜਾਂ ਲੈ ਕੇ ਛੇਤੀ ਪਹੁੰਚ ਜਾਓ। ਇਹ ਸਾਡੀ ਸਾਰਿਆਂ ਦੀ ਇੱਜ਼ਤ ਦਾ ਸਵਾਲ ਹੈ। ਇਸ ਤਰ੍ਹਾਂ ਰਾਜਿਆਂ ਨੂੰ ਸੱਦ ਕੇ ਉਹਨਾਂ ਨਾਲ ਸਲਾਹ ਕਰਕੇ ਬਹੁਤ ਸਾਰੀ ਫੌਜ ਇਕੱਠੀ ਕਰ ਲਈ। ਇੱਧਰ ਗੁਰੂ ਸਾਹਿਬ ਜੀ ਨੂੰ ਵੀ ਭੀਮ ਚੰਦ ਦੀ ਚਿੱਠੀ ਪਹੁੰਚ ਗਈ। ਗੁਰੂ ਸਾਹਿਬ ਜੀ ਨੇ ਜਦ ਚਿੱਠੀ ਪੜ੍ਹਾਈ ਤਾਂ ਆਪ ਜੀ ਬੜੇ ਕ੍ਰੋਧ ਵਿੱਚ ਆਏ ਤੇ ਰਾਜੇ ਨੂੰ ਲਿਖਵਾਇਆ ਕਿ ਸਾਡਾ ਕੰਮ ਹੀ ਯੁੱਧ ਕਰਨਾ ਹੈ, ਅਸੀਂ ਤੇਰੀ ਉਡੀਕ ਕਰ ਰਹੇ ਹਾਂ, ਤੇਰੇ ਮਨ ਦੀ ਇੱਛਾ ਅਸੀਂ ਜੰਗ ਵਿੱਚ ਪੂਰੀ ਕਰਾਂਗੇ। ਇਹ ਉੱਤਰ ਗੁਰੂ ਸਾਹਿਬ ਜੀ ਨੇ ਭੀਮ ਚੰਦ ਨੂੰ ਭੇਜ ਦਿੱਤਾ। ਦੀਵਾਨ ਨੰਦ ਚੰਦ ਤੇ ਹੋਰ ਸਲਾਹਕਾਰਾਂ ਨੂੰ ਸੱਦ ਕੇ ਜੰਗ ਦੀ ਵਿਉਂਤ ਬਣਾ ਕੇ ਗੁਰੂ ਸਾਹਿਬ ਜੀ ਨੇ ਫੌਜਾਂ ਭਰਤੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਹੁਕਮਨਾਮੇ ਸੁਣਦੇ ਹੀ ਸੈਂਕੜੇ ਜਵਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਦੂਜੇ ਪਾਸੇ ਪਹਾੜੀ ਰਾਜਿਆਂ ਨੇ ਵੀ ਮਿਲ ਕੇ ਮਤਾ ਪਕਾਇਆ ਤੇ ਜਿਹੜਾ ਭੀਮ ਚੰਦ ਦੀ ਚਿੱਠੀ ਦਾ ਉੱਤਰ ਗੁਰੂ ਸਾਹਿਬ ਜੀ ਵੱਲੋਂ ਆਇਆ ਸੀ ਉਹ ਵੀ ਸਾਰਿਆਂ ਨੂੰ ਪੜ੍ਹ ਕੇ ਸੁਣਾਇਆ। ਕਿਰਪਾਲ ਚੰਦ ਕਟੋਚੀਆਂ ਨੇ ਭਰੀ ਸਭਾ ਵਿੱਚ ਵਿਚਾਰ ਕਰਕੇ ਕਿਹਾ ਕਿ ਗੁਰੂ ਤਾਂ ਲੜਨ ਨੂੰ ਤਿਆਰ ਬੈਠਾ ਹੈ। ਉਹਨਾਂ ਨੇ ਸਾਡੇ ਪ੍ਰੋਹਤਾਂ ਤੇ ਰਾਜਾ ਕੇਸਰੀ ਚੰਦ ਨੂੰ ਨਿਰਭੈ ਹੋ ਕੇ ਮਾਰਿਆ ਤੇ ਦਬਕਾਇਆ ਹੈ।
ਹੁਣ ਜੋ ਚਿੱਠੀ ਲਿਖੀ ਹੈ ਉਹ ਵੀ ਪੜ੍ਹ ਕੇ ਸੁਣ ਲਈ ਹੈ। ਗੁਰੂ ਸਾਹਿਬ ਜੀ ਨੇ ਫੌਜ ਵੀ ਬਹੁਤ ਸਾਰੀ ਇਕੱਠੀ ਕੀਤੀ ਹੋਈ ਹੈ ਅਤੇ ਉਹ ਆਪ ਵੀ ਬੜੇ ਯੋਧੇ ਹਨ। ਜੇ ਅਸਾਂ ਹੁਣ ਉਹਨਾਂ 'ਤੇ ਚੜ੍ਹਾਈ ਕਰ ਦਿੱਤੀ ਤਾਂ ਜੰਗ ਛਿੜ ਪਵੇਗੀ। ਪਰ ਇੱਧਰ ਸਾਡੇ ਘਰ ਲੜਕੇ ਦੀ ਵੀ ਸ਼ਾਦੀ ਦਾ ਕਾਰਜ ਹੈ। ਜੇ ਅਸੀਂ ਲੜਾਈ ਵਿੱਚ ਰੁੱਝ ਗਏ ਤਾਂ ਸ਼ਾਦੀ ਦੀ ਖੁਸ਼ੀ ਵਿੱਚ ਵਿਘਨ ਪੈ ਜਾਵੇਗਾ। ਇਸ ਕਰਕੇ ਇਸ ਵੇਲੇ ਜੰਗ ਕਰਨਾ ਠੀਕ ਨਹੀਂ ਹੋਵੇਗਾ। ਪਰ ਜੇ ਜੰਗ ਛੇੜਨਾ ਹੈ ਤਾਂ ਫਿਰ ਸ਼ਾਦੀ ਪਿੱਛੇ ਪਾ ਦਿਓ। ਦੋਹਾਂ ਵਿੱਚੋਂ ਇੱਕ ਕੰਮ ਕਰੋ। ਭੀਮ ਚੰਦ ਦਾ ਮੰਤਰੀ ਬੋਲਿਆ, ਪਹਿਲਾਂ ਵਿਆਹ ਕਰ ਲਵੋ, ਫਿਰ ਜੰਗ ਕਰਨ ਦੀ ਸੋਚਣਾ। ਵਜ਼ੀਰ ਦੀ ਇਹ ਗੱਲ ਸੁਣ ਕੇ ਭੀਮ ਚੰਦ ਨੂੰ ਕੋਈ ਗੱਲ ਨਾ ਔੜੀ। ਉਹ ਚੁੱਪ ਕਰ ਰਿਹਾ। ਭੀਮ ਚੰਦ ਨੇ ਸੋਚਿਆ, ਇੱਧਰ ਸਾਰੇ ਸਿਆਣੇ ਮੈਨੂੰ ਲੜਾਈ ਕਰਨ ਤੋਂ ਰੋਕ ਰਹੇ ਹਨ ਅਤੇ ਉੱਧਰ ਗੁਰੂ ਜੀ ਟਾਕਰਾ ਕਰਨ ਵਾਸਤੇ ਤਿਆਰ ਬਰ ਤਿਆਰ ਬੈਠੇ ਹਨ। ਇਸ ਤਰ੍ਹਾਂ ਭੀਮ ਚੰਦ ਨੇ ਸਾਰਿਆਂ ਦੇ ਆਖੇ ਲੱਗ ਕੇ ਗੁਰੂ ਜੀ ਨਾਲ ਜੰਗ ਕਰਨ ਦਾ ਵਿਚਾਰ ਛੱਡ ਦਿੱਤਾ ਅਤੇ ਵਿਆਹ ਦੀ ਤਿਆਰੀ ਕਰਨ ਲੱਗਾ। ਉੱਧਰ ਇਹ ਖਬਰ ਸਾਰੇ ਪਹਾੜੀ ਰਾਜਿਆਂ ਵਿੱਚ ਫੈਲ ਗਈ ਕਿ ਗੁਰੂ ਸਾਹਿਬ ਜੀ ਅਤੇ ਭੀਮ ਚੰਦ ਦਾ ਆਪਸ ਵਿੱਚ ਵਿਰੋਧ ਵੱਧ ਗਿਆ ਹੈ ਅਤੇ ਗੱਲ ਜੰਗ ਤੱਕ ਪਹੁੰਚ ਗਈ ਹੈ। ਇਹ ਗੱਲ ਨਾਹਾਂ ਦੇ ਰਾਜੇ ਜਦ ਮੇਦਨੀ ਪ੍ਰਕਾਸ਼ ਨੇ ਸੁਣੀ ਤਾਂ ਉਸਨੇ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ ਕਿ ਗੁਰੂ ਗੋਬਿੰਦ ਰਾਏ ਨੂੰ ਆਪਣੇ ਨਗਰ ਵਿੱਚ ਬੁਲਾਇਆ ਜਾਵੇ। ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਪਣੇ ਰਾਜ ਵਿੱਚ ਲੈ ਆਵਾਂਗੇ। ਇਹ ਸਾਡੇ ਵਾਸਤੇ ਚੰਗਾ ਹੋਵੇਗਾ। ਉਹ ਸਾਡੇ ਰਾਜ ਵਿੱਚ ਆਉਣਗੇ ਅਤੇ ਸਾਡੇ ਰਾਜ ਨੂੰ ਪਵਿੱਤਰ ਕਰਨਗੇ। ਇਹ ਸੋਚ ਕੇ ਨਾਹਾਂ ਦੇ ਰਾਜੇ ਨੇ ਆਪਣੇ ਵਜ਼ੀਰ ਨੂੰ ਗੁਰੂ ਸਾਹਿਬ ਜੀ ਪਾਸ ਭੇਜ ਕੇ ਬੇਨਤੀ ਕੀਤੀ ਕਿ ਮੇਰੇ ਰਾਜ ਦਾ ਪਹਾੜੀ ਇਲਾਕਾ ਅਤੇ ਜਮਨਾ ਦਾ ਕਿਨਾਰਾ ਬੜਾ ਸੁੰਦਰ ਹੈ। ਜੇ ਤੁਸੀਂ ਆਪਣਾ ਨਿਵਾਸ ਇੱਥੇ ਕਰ ਲਵੋ ਤਾਂ ਮੈਂ ਆਪਣੇ ਧੰਨ ਭਾਗ ਸਮਝਾਂਗਾ। ਜਦ ਗੁਰੂ ਸਾਹਿਬ ਜੀ ਨੇ ਚਿੱਠੀ ਪੜ੍ਹ ਕੇ ਦੀਵਾਨ ਨੰਦ ਚੰਦ, ਸੰਗੋ ਸ਼ਾਹ ਅਤੇ ਮਾਮਾ ਕਿਰਪਾਲ ਨਾਲ ਸਲਾਹ ਕੀਤੀ ਤਾਂ ਸਭ ਨੇ ਰਾਜੇ ਦੀ ਬੇਨਤੀ ਪ੍ਰਵਾਨ ਕਰਨ ਵਾਸਤੇ ਕਿਹਾ ਅਤੇ ਮਾਤਾ ਜੀ ਨੇ ਵੀ ਇਸ ਦੀ ਆਗਿਆ ਦੇ ਦਿੱਤੀ। ਮਾਤਾ ਜੀ ਨੇ ਕਿਹਾ, ਸੁਣੋ ਬੇਟਾ, ਮਾਤਾ ਦਾ ਕਹਿਣਾ ਤਾਂ ਪਹਿਲੇ ਅਵਤਾਰਾਂ ਨੇ ਵੀ ਨਹੀਂ ਮੋੜਿਆ। ਜਿਵੇਂ ਸ਼੍ਰੀ ਭਗਵਾਨ ਰਾਮਚੰਦ ਅਤੇ ਫਿਰ ਕ੍ਰਿਸ਼ਨ ਭਗਵਾਨ ਨੇ ਵੀ ਆਪਣੀਆਂ ਮਾਤਾਵਾਂ ਦੀ ਆਗਿਆ ਨਹੀਂ ਮੋੜੀ ਸੀ। ਤੁਸੀਂ ਵੀ ਮੇਰਾ ਆਖਾ ਮੰਨ ਕੇ ਉਸ ਨਾਹਾਂ ਦੇ ਦੇਸ਼ ਨੂੰ ਚੱਲ ਪਓ। ਗੁਰੂ ਸਾਹਿਬ ਜੀ ਨੇ ਮਾਤਾ ਜੀ ਦੇ ਬਚਨ ਸੁਣ ਕੇ ਉੱਤਰ ਦਿੱਤਾ, ਮਾਤਾ ਜੀ, ਮੈਂ ਤੁਹਾਡਾ ਆਖਾ ਨਹੀਂ ਮੋੜਨਾ ਚਾਹੁੰਦਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਮਾਤਾ ਗੁਜਰੀ, ਮਾਤਾ ਨਾਨਕੀ ਜੀ ਅਤੇ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਜੀਤੋ ਜੀ ਅਤੇ ਮਾਤਾ ਸੁੰਦਰੀ ਜੀ ਨੂੰ ਨਾਲ ਲੈ ਕੇ, ਯੋਧਿਆਂ ਨੂੰ ਨਾਲ ਲੈ ਕੇ 500 ਉਦਾਸੀ ਸਾਧੂ ਗੁਰੂ ਸਾਹਿਬ ਜੀ ਨਾਲ ਚੱਲ ਪਏ। ਜਦ ਨਾਹਾਂ ਦੇ ਰਾਜੇ ਨੂੰ ਪਤਾ ਲੱਗਾ ਤਾਂ ਨਾਹਾਂ ਦਾ ਰਾਜਾ ਆਪ ਗੁਰੂ ਸਾਹਿਬ ਜੀ ਦੇ ਸਵਾਗਤ ਨੂੰ ਅੱਗੇ ਆਇਆ। ਇੱਕ ਥਾਂ ਜਿੱਥੇ ਪਹਾੜਾਂ ਦਾ ਬਹੁਤ ਸੁੰਦਰ ਦ੍ਰਿਸ਼ ਸੀ ਅਤੇ ਗੁਰੂ ਸਾਹਿਬ ਜੀ ਨੇ ਜਗ੍ਹਾ ਪਸੰਦ ਕਰਕੇ ਮੇਦਨੀ ਪ੍ਰਕਾਸ਼ ਨੂੰ ਆਖਿਆ, ਇਹ ਜਗ੍ਹਾ ਮੈਨੂੰ ਪਸੰਦ ਹੈ। ਹੋਰ ਵੀ ਆਰਾਮ ਵਾਲੇ ਸਾਰੇ ਸਾਧਨ ਮੌਜੂਦ ਹਨ। ਇਹ ਗੱਲਾਂ ਹੋ ਰਹੀਆਂ ਸਨ ਕਿ ਰਾਜਾ ਮੇਦਨੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ, ਫਤਿਹ ਸ਼ਾਹ ਦਾ ਰਾਜ ਮੇਰੇ ਰਾਜ ਨਾਲੋਂ ਵੱਡਾ ਹੈ। ਉਹ ਕਈ ਵਾਰ ਮੈਨੂੰ ਬਿਨਾਂ ਕਾਰਨ ਤੋਂ ਹੀ ਤੰਗ ਕਰਦਾ ਰਹਿੰਦਾ ਹੈ। ਇਸ ਕਰਕੇ ਸਾਡਾ ਦੋਹਾਂ ਗਵਾਂਢੀ ਰਾਜਿਆਂ ਦਾ ਬੜਾ ਖੇੜਾ ਹੀ ਪਿਆ ਹੋਇਆ ਹੈ ਜੋ ਕਦੀ ਵੀ ਸ਼ਾਂਤ ਨਹੀਂ ਹੋਵੇਗਾ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਕੇ ਇੱਥੇ ਸੱਦਿਆ ਹੈ, ਜਿਸ ਨੂੰ ਤੁਸੀਂ ਆਪਣੀ ਕਿਰਪਾ ਕਰਕੇ ਪ੍ਰਵਾਨ ਕੀਤਾ ਹੈ। ਤੁਹਾਡੇ ਇੱਥੇ ਦੋਹਾਂ ਰਾਜਾਂ ਦੀ ਹੱਦ ਉੱਤੇ ਨਿਵਾਸ ਕਰਨ ਨਾਲ ਮੈਂ ਰਾਜਾ ਫਤਿਹ ਸ਼ਾਹ ਵੱਲੋਂ ਨਿਰਭੈ ਹੋ ਜਾਵਾਂਗਾ। ਰਾਜੇ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਫਰਮਾਇਆ, ਸਾਡੇ ਇੱਥੇ ਬੈਠਿਆਂ ਤੇਰੇ ਸਾਹਮਣੇ ਕੋਈ ਨਹੀਂ ਹੋਵੇਗਾ। ਤੂੰ ਨਿਸ਼ਚਿੰਤ ਰਹੋ, ਕਿਸੇ ਪਾਸੋਂ ਡਰਨਾ ਨਹੀਂ। ਕੁਝ ਹੀ ਸਮੇਂ ਵਿੱਚ ਗੁਰੂ ਸਾਹਿਬ ਜੀ ਨੇ ਉੱਥੇ ਕਿਲ੍ਹਾ ਬਣਵਾ ਲਿਆ। ਅਨੰਦਪੁਰ ਸਾਹਿਬ ਤੋਂ ਉੱਠ ਕੇ ਗੁਰੂ ਸਾਹਿਬ ਜੀ ਦਾ ਇੱਥੇ ਪੈਰ ਟਿਕਿਆ, ਜਿਸ ਕਰਕੇ ਇਸ ਸਥਾਨ ਦਾ ਨਾਂ ਪਾਉਟਿਕਾ ਤੋਂ ਪਾਉਂਟਾ ਸਾਹਿਬ ਰੱਖਿਆ ਗਿਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਮਹਿਮਾ ਚਾਰੇ ਪਾਸੇ ਪਾਉਂਟਾ ਸਾਹਿਬ ਨਾਹਨ ਦੇਸ਼ ਵਿੱਚ ਫੈਲ ਗਈ, ਜਿਸ ਨੂੰ ਰਾਜਾ ਫਤਿਹ ਸ਼ਾਹ ਨੇ ਵੀ ਸੁਣਿਆ। ਉਹ ਵੀ ਆਪਣੀ ਭੇਟਾ ਲੈ ਕੇ ਆਪਣੇ ਸ਼ਾਹੀ ਠਾਠ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ। ਫਿਰ ਰਾਜਾ ਫਤਿਹ ਸ਼ਾਹ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੁਹਾਨੂੰ ਰਾਜਾ ਮੇਦਨੀ ਪ੍ਰਕਾਸ਼ ਨੂੰ ਆਪਸ ਵਿੱਚ ਸੁਲ੍ਹਾ ਕਰ ਲੈਣੀ ਚਾਹੀਦੀ ਹੈ। ਇੱਕ ਦੂਸਰੇ ਨਾਲ ਵੈਰ ਵਿਰੋਧ ਨਹੀਂ ਰੱਖਣਾ ਚਾਹੀਦਾ। ਅਸੀਂ ਮੇਦਨੀ ਪ੍ਰਕਾਸ਼ ਨੂੰ ਇੱਥੇ ਸੱਦ ਲੈਂਦੇ ਹਾਂ। ਰਾਜਾ ਫਤਿਹ ਸ਼ਾਹ ਕਿਹਾ ਕਿ ਜੇ ਸਤਿਗੁਰੂ ਜੀ ਐਸਾ ਕਰਨਾ ਚਾਹੁੰਦੇ ਹਨ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਗੁਰੂ ਸਾਹਿਬ ਜੀ ਨੇ ਦੋਵਾਂ ਰਾਜਿਆਂ ਨੂੰ ਸੱਦ ਕੇ ਦੋਹਾਂ ਦੀ ਸੁਲ੍ਹਾ ਕਰਵਾ ਦਿੱਤੀ। ਰਾਜਾ ਫਤਿਹ ਸ਼ਾਹ ਦੀ ਲੜਕੀ ਦਾ ਹੀ ਰਿਸ਼ਤਾ ਭੀਮ ਚੰਦ ਦੇ ਲੜਕੇ ਨਾਲ ਤੈਅ ਹੋਇਆ ਸੀ। ਰਾਜਾ ਫਤਿਹ ਸ਼ਾਹ ਨੇ ਆਪਣੀ ਲੜਕੀ ਦੇ ਵਿਆਹ ਦੇ ਸੱਦੇ ਵਾਸਤੇ ਗੁਰੂ ਸਾਹਿਬ ਜੀ ਨੂੰ ਇੱਕ ਗੰਢ ਭੇਜੀ, ਇੱਕ ਚਿੱਠੀ ਵੀ ਦਿੱਤੀ ਜਿਸ ਵਿੱਚ ਲਿਖਿਆ ਸੀ ਕਿ ਮੇਰੀ ਲੜਕੀ ਦੀ ਸ਼ਾਦੀ ਹੈ ਅਤੇ ਤੁਸੀਂ ਜ਼ਰੂਰ ਦਰਸ਼ਨ ਦੇਣੇ ਹਨ। ਗੁਰੂ ਸਾਹਿਬ ਜੀ ਨੇ ਇਹ ਸਭ ਕੁਝ ਸੁਣ ਕੇ ਆਖਿਆ ਕਿ ਸੈਨਾ ਨੂੰ ਨਾਲ ਲੈ ਕੇ ਸਾਡਾ ਆਪਣਾ ਆਉਣਾ ਠੀਕ ਨਹੀਂ ਹੈ, ਕਿਉਂਕਿ ਉੱਥੇ ਪਹਾੜੀ ਰਾਜੇ ਵੀ ਹੋਣਗੇ। ਸਾਨੂੰ ਡਰ ਹੈ ਕਿਸੇ ਨਾਲ ਕੋਈ ਬਖੇੜਾ ਨਾ ਹੋ ਜਾਵੇ। ਇਸ ਵਾਸਤੇ ਅਸੀਂ ਆਪਣੇ ਦੀਵਾਨ ਨੂੰ ਕੁਝ ਸੈਨਾ ਨਾਲ ਤੰਬੋਲ ਦੇ ਕੇ ਭੇਜ ਦਿਆਂਗੇ। ਜਦ ਵਿਆਹ ਦਾ ਸਮਾਂ ਨੇੜੇ ਆਇਆ, ਗੁਰੂ ਸਾਹਿਬ ਜੀ ਨੇ 1.25 ਲੱਖ ਦਾ ਤੰਬੋਲ ਤਿਆਰ ਕਰਵਾ ਕੇ ਦੀਵਾਨ ਨੰਦ ਚੰਦ ਅਤੇ ਪ੍ਰੋਹਿਤ ਦਇਆ ਰਾਮ ਨੂੰ 500 ਸਿੱਖਾਂ ਨਾਲ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹ ਪਾਸ ਭੇਜ ਦਿੱਤਾ। ਫਤਿਹ ਸ਼ਾਹ ਨੇ ਇਹਨਾਂ ਦਾ ਡੇਰਾ ਇੱਕ ਬਾਗ ਵਿੱਚ ਲਗਵਾ ਦਿੱਤਾ।
ਦੂਸਰੇ ਦਿਨ ਦੀਵਾਨ ਨੰਦ ਚੰਦ ਨੇ ਗੁਰੂ ਸਾਹਿਬ ਜੀ ਵੱਲੋਂ ਰਾਜੇ ਨੂੰ ਵਧਾਈ ਦਿੱਤੀ। ਉਧਰ ਰਾਜਾ ਭੀਮ ਚੰਦ ਵੀ ਆਪਣੀ ਪੂਰੀ ਤਿਆਰੀ ਕਰਕੇ ਸਾਰੀ ਪਹਾੜੀ ਰਾਜਿਆਂ ਦਾ ਮੇਲ ਇਕੱਠਾ ਕਰਕੇ ਬਿਲਾਸਪੁਰ ਤੋਂ ਜੰਝ ਲੈ ਕੇ ਤੁਰ ਪਿਆ। ਸਾਰਾ ਰਸਤਾ ਜਦ ਲੰਘ ਆਏ, ਪਾਉਂਟਾ ਸਾਹਿਬ ਤੋਂ 3 ਕੋਹ ਪਿੱਛੇ ਰਾਤ ਕੱਟਣ ਵਾਸਤੇ ਠਹਿਰ ਗਏ। ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਜਿਸ ਰਸਤੇ ਉਹਨਾਂ ਨੇ ਅੱਗੇ ਜਾਣਾ ਹੈ ਉੱਥੇ ਗੁਰੂ ਸਾਹਿਬ ਜੀ ਦਾ ਕਿਲਾ ਹੈ, ਜਿਸ ਵਿੱਚ ਬਹੁ ਗਿਣਤੀ ਵਿੱਚ ਉਹਨਾਂ ਨੇ ਆਪਣੀ ਸੈਨਾ ਵੀ ਰੱਖੀ ਹੋਈ ਹੈ। ਇਹ ਗੱਲ ਸੁਣ ਕੇ ਰਾਜਾ ਸੋਚੀ ਪੈ ਗਿਆ ਤੇ ਵਜ਼ੀਰਾਂ ਤੇ ਆਪਣੇ ਸਾਥੀ ਰਾਜਿਆਂ ਨਾਲ ਸਲਾਹ ਕਰਨ ਲੱਗਾ ਕਿ ਅੱਗੇ ਕਿਵੇਂ ਲੰਘਿਆ ਜਾਵੇ, ਕਿਉਂਕਿ ਗੁਰੂ ਸਾਹਿਬ ਜੀ ਨਾਲ ਤਾਂ ਸਾਡੀ ਵਿਗੜੀ ਹੋਈ ਹੈ, ਪਹਿਲਾਂ ਵੀ ਅਸਾਂ ਮੁਸ਼ਕਲ ਨਾਲ ਜੰਗ ਟਾਲੀ ਹੈ। ਇਹ ਸੁਣ ਕੇ ਬਾਕੀ ਰਾਜਿਆਂ ਨੇ ਉਸ ਨੂੰ ਕਿਹਾ ਕਿ ਸਾਡੀ ਸੈਨਾ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਗੁਰੂ ਜੀ ਪਾਸ ਬਹੁਤ ਥੋੜੀ ਗਿਣਤੀ ਹੈ, ਅਸੀਂ ਆਪਣੇ ਸੈਨਾ ਦੇ ਜ਼ੋਰ ਨਾਲ ਅੱਗੇ ਲੰਘ ਜਾਵਾਂਗੇ। ਇਹ ਸਲਾਹ ਰਾਜਾ ਭੀਮ ਚੰਦ ਨੇ ਪ੍ਰਵਾਨ ਨਾ ਕੀਤੀ ਕਿ ਜੇ ਆਪਾਂ ਜੰਗ ਕਰਨ ਲੱਗ ਪਏ ਤਾਂ ਮਾਰਨ ਕਰਕੇ ਖੁਸ਼ੀ ਦੀ ਥਾਂ ਸੋਗ ਹੋ ਜਾਵੇਗਾ, ਇਹ ਗੱਲ ਚੰਗੀ ਨਹੀਂ ਹੋਵੇਗੀ। ਇਹ ਗੱਲਾਂ ਸੋਚ ਵਿਚਾਰ ਕੇ ਰਾਜੇ ਨੇ ਆਪਣਾ ਵਜ਼ੀਰ ਗੁਰੂ ਸਾਹਿਬ ਜੀ ਪਾਸ ਭੇਜਿਆ। ਗੁਰੂ ਸਾਹਿਬ ਜੀ ਨੇ ਵਜ਼ੀਰ ਦੀ ਗੱਲ ਸੁਣ ਕੇ ਕਿਹਾ ਕਿ ਜੇ ਰਾਜੇ ਭੀਮ ਚੰਦ ਨੂੰ ਆਪਣੀ ਫੌਜ ਦਾ ਅਭਿਮਾਨ ਹੈ ਤਾਂ ਬੇਸ਼ੱਕ ਆ ਜਾਵੇ, ਅਸੀਂ ਤਿਆਰ ਹਾਂ, ਪਰ ਜੇ ਉਸ ਵਿੱਚ ਲੜਨ ਮਾਰਨ ਦੀ ਹਿੰਮਤ ਨਹੀਂ ਹੈ ਤਾਂ ਕਿਸੇ ਹੋਰ ਰਸਤੇ ਲੰਘ ਜਾਵੇ, ਅਸੀਂ ਉਹਨੂੰ ਆਪਣੇ ਡੇਰੇ ਤੋਂ ਲੰਘਣ ਦਾ ਰਸਤਾ ਨਹੀਂ ਦੇ ਸਕਦੇ। ਇਹ ਉੱਤਰ ਲੈ ਕੇ ਵਜ਼ੀਰ ਵਾਪਸ ਚਲਿਆ ਗਿਆ। ਰਾਜਾ ਬੜੀ ਚਿੰਤਾ ਕਰਨ ਲੱਗਾ ਕਿ ਜੇ ਆਪਾਂ ਦੂਸਰੇ ਰਸਤੇ ਜਾਵਾਂਗੇ ਤਾਂ ਵਿਆਹ ਦਾ ਸਾਹਾ ਲੰਘ ਜਾਵੇਗਾ। ਫਿਰ ਉਸਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਹੁਣ ਤੂੰ ਹੀ ਕੋਈ ਉਪਾਅ ਦੱਸ ਮੈਨੂੰ। ਵਜ਼ੀਰ ਨੇ ਕਿਹਾ ਕਿ ਗੁਰੂ ਜੀ ਪਾਸੋਂ ਲਾੜੇ ਨੂੰ ਤੇ 1-2 ਹੋਰ ਸੇਵਕਾਂ ਸਹਿਤ ਸ਼੍ਰੀਨਗਰ ਪਹੁੰਚਣ ਵਾਸਤੇ ਰਸਤਾ ਲੰਘਣ ਦੀ ਆਗਿਆ ਲੈ ਲਵਾਂਗੇ, ਦੂਸਰੀ ਜੰਝ ਦੂਸਰੇ ਰਸਤੇ ਪਿੱਛੋਂ ਆ ਜਾਵੇਗੀ। ਭੀਮ ਚੰਦ ਨੇ ਕਿਹਾ ਕਿ ਗੁਰੂ ਜੀ ਨੇ ਜੇ ਲਾੜੇ ਨੂੰ ਫੜ ਕੇ ਕੈਦ ਕਰ ਲਿਆ ਤਾਂ ਫਿਰ ਕੀ ਕਰਾਂਗੇ। ਵਜ਼ੀਰ ਨੇ ਉੱਤਰ ਦਿੱਤਾ, ਨਹੀਂ, ਗੁਰੂ ਜੀ ਬੜੇ ਕਿਰਪਾਲੂ ਤੇ ਗਿਆਨਵਾਨ ਹਨ, ਉਹ ਐਸਾ ਬਿਲਕੁਲ ਨਹੀਂ ਕਰਨਗੇ। ਭੀਮ ਚੰਦ ਨੂੰ ਲਾਚਾਰ ਹੋ ਕੇ ਵਜ਼ੀਰ ਦੀ ਗੱਲ ਮੰਨਣੀ ਪਈ। ਲਾੜੇ ਨੂੰ ਪਾਲਕੀ ਵਿੱਚ ਬਿਠਾ ਕੇ ਤੇ ਵਜ਼ੀਰ 2-3 ਸੇਵਕ ਨਾਲ ਦੇ ਕੇ ਗੁਰੂ ਸਾਹਿਬ ਜੀ ਵਾਲੇ ਰਸਤੇ ਭੇਜ ਦਿੱਤਾ। ਜਦ ਉਹ ਪਾਉਂਟਾ ਸਾਹਿਬ ਦੇ ਨੇੜੇ ਪਹੁੰਚੇ, ਸਿੱਖਾਂ ਨੇ ਫੜ ਕੇ ਗੁਰੂ ਜੀ ਪਾਸ ਲੈ ਆਂਦਾ। ਗੁਰੂ ਜੀ ਨੇ ਲਾੜੇ ਨੂੰ ਹੱਸ ਕੇ ਕਿਹਾ, ਹੇ ਬਾਲਕ, ਜੇ ਤੈਨੂੰ ਹੁਣ ਅਸੀਂ ਫੜ ਕੇ ਕੈਦ ਕਰ ਲਈਏ ਫਿਰ ਤੂੰ ਛੁੱਟਣ ਵਾਸਤੇ ਕੀ ਯਤਨ ਕਰੇਗਾ। ਵਜ਼ੀਰ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ, ਰਾਜੇ ਦਾ ਪੁੱਤਰ ਤੁਹਾਡੀ ਸ਼ਰਨ ਆਇਆ ਹੈ, ਜਿਤਨਾ ਵੀ ਰਾਜ ਭਾਗ ਹੈ ਉਹ ਤੁਹਾਡੀ ਬਖਸ਼ਿਸ਼ ਹੈ। ਰਾਜੇ ਨੇ ਤੁਹਾਡਾ ਹੁਕਮ ਮੰਨ ਕੇ ਜੰਝ ਦੂਸਰੇ ਰਸਤਿਓਂ ਦੀ ਲੈ ਗਿਆ ਹੈ, ਪਰ ਅਸੀਂ ਇਸ ਰਸਤੇ ਆਏ ਹਾਂ ਕਿ ਵਿਆਹ ਦਾ ਸਾਹਾ ਨਾ ਲੰਘ ਜਾਵੇ। ਗੁਰੂ ਸਾਹਿਬ ਜੀ ਨੇ ਲਾੜੇ ਤੇ ਵਜ਼ੀਰ ਨੂੰ ਦੀਨ ਦੇ ਕੇ ਲੰਘਣ ਦੀ ਆਗਿਆ ਦੇ ਦਿੱਤੀ। ਉੱਧਰ ਜਦ ਰਾਜਾ ਫਤਿਹ ਸ਼ਾਹ, ਜਿਹੜਾ ਬਹੁਤ ਭਾਰੀ ਜੰਝ ਦੀ ਉਡੀਕ ਕਰ ਰਿਹਾ ਸੀ, 5-7 ਆਦਮੀਆਂ ਨੂੰ ਲਾੜੇ ਨਾਲ ਵੇਖ ਕੇ ਬੜਾ ਹੈਰਾਨ ਹੋ ਗਿਆ। ਜਦ ਉਸਨੇ ਵਜ਼ੀਰ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਰੀ ਵਾਰਤਾ ਸੁਣਾਈ। ਭੀਮ ਚੰਦ ਨਾਲ ਵਿਰੋਧ ਦੇ ਕਾਰਨ ਗੁਰੂ ਸਾਹਿਬ ਜੀ ਨੇ ਉਸ ਨੂੰ ਆਪਣੇ ਰਸਤੇ ਤੋਂ ਲੰਘਣ ਨਹੀਂ ਦਿੱਤਾ, ਜਿਸ ਕਰਕੇ ਉਹ ਦੂਸਰੇ ਰਸਤੇ ਰਾਹੀਂ ਆ ਰਿਹਾ ਹੈ। ਰਾਜਾ ਫਤਿਹ ਸ਼ਾਹ ਨੇ ਆਪਣੀ ਕੁਲ ਰੀਤੀ ਅਨੁਸਾਰ ਸ਼ੁਭ ਸਗਨ ਸਮੇਂ ਆਪਣੀ ਲੜਕੀ ਦੇ ਫੇਰੇ ਦੇ ਦਿੱਤੇ ਤੇ ਜੰਝ ਦੀ ਉਡੀਕ ਕਰਨ ਲੱਗਾ। ਕੁਛ ਦਿਨਾਂ ਪਿੱਛੋਂ ਹੀ ਜਦ ਰਾਜਾ ਭੀਮ ਚੰਦ ਵੀ ਜੰਝ ਲੈ ਕੇ ਸ਼੍ਰੀਨਗਰ ਪਹੁੰਚ ਗਿਆ ਤਾਂ ਦੂਸਰੇ ਦਿਨ ਦਾਜ ਵਿਖਾਉਣ ਦਾ ਸਮਾਂ ਆਇਆ ਤਾਂ ਪ੍ਰੋਹਤ ਦਇਆ ਰਾਮ ਤੇ ਦੀਵਾਨ ਨੰਦ ਚੰਦ ਵੀ ਆਪਣਾ 1.25 ਲੱਖ ਦਾ ਤੰਬੋਲ ਲੈ ਕੇ ਪਹੁੰਚ ਗਏ। ਦੋਹਾਂ ਰਾਜੇ ਬੈਠੇ ਦੇਖ ਰਹੇ ਸਨ। ਜਦ ਉਹਨਾਂ ਨੇ ਹਰ ਇੱਕ ਚੀਜ਼ ਦਾ ਨਾਮ ਲੈ ਕੇ ਸੁਣਾਇਆ ਤਾਂ ਸਾਰੇ ਰਾਜੇ ਇਹਨਾਂ ਅਜਬ ਚੀਜ਼ਾਂ ਨੂੰ ਵੇਖ ਕੇ ਬੜੇ ਹੈਰਾਨ ਹੋਏ। ਸਭ ਨੇ ਇਹ ਅਨੁਭਵ ਕੀਤਾ ਕਿ ਤੰਬੋਲ ਸਾਰੇ ਹੋਰ ਤੰਬੋਲਾਂ ਨਾਲੋਂ ਬਹੁਤ ਵਧੀਆ ਹੈ। ਗੁਰੂ ਜੀ ਦੇ ਤੰਬੋਲ ਦੀ ਇਤਨੀ ਸ਼ੋਭਾ ਸੁਣ ਕੇ ਰਾਜਾ ਭੀਮ ਚੰਦ ਕ੍ਰੋਧ ਨਾਲ ਸੜਬਲ ਉੱਠਿਆ। ਉਸਨੇ ਫਤਿਹ ਸ਼ਾਹ ਨੂੰ ਆਪਣੇ ਵਜ਼ੀਰ ਤੇ ਰਾਜਾ ਜਸਵਾਲੀਏ ਦੇ ਰਾਹੀਂ ਸੁਨੇਹਾ ਭੇਜਿਆ ਕਿ ਗੁਰੂ ਮੇਰਾ ਇਤਨਾ ਵੈਰੀ ਹੈ, ਮੇਰੀ ਉਸਨੇ ਜੰਝ ਵੀ ਆਪਣੇ ਰਸਤੇ ਪਾਸੋਂ ਨਹੀਂ ਲੰਘਣ ਦਿੱਤੀ ਤੇ ਤੂੰ ਮੇਰਾ ਸੰਬੰਧੀ ਹੋ ਕੇ ਉਸ ਨਾਲ ਮਿੱਤਰਤਾ ਕਰੀ ਬੈਠਾ ਹੈ। ਜੇ ਤੂੰ ਗੁਰੂ ਜੀ ਨਾਲ ਮਿੱਤਰਤਾ ਹੀ ਰੱਖਣੀ ਹੈ ਤਾਂ ਮੈਂ ਤੇਰੀ ਲੜਕੀ ਦਾ ਡੋਲਾ ਛੱਡ ਕੇ ਆਪਣੀ ਖਾਲੀ ਜੰਝ ਵਾਪਸ ਲੈ ਕੇ ਚਲਾ ਜਾਵਾਂਗਾ। ਆਪਣੇ ਕੁੜਮ ਦਾ ਇਹ ਸੁਨੇਹਾ ਸੁਣ ਕੇ ਫਤਿਹ ਸ਼ਾਹ ਨੂੰ ਬੜੀ ਚਿੰਤਾ ਹੋਣ ਲੱਗੀ। ਉਸਨੇ ਵਜ਼ੀਰ ਨੂੰ ਕਿਹਾ ਕਿ ਕੋਈ ਉਪਾਅ ਦੱਸ ਜਿਸ ਨਾਲ ਮੇਰੀ ਦੋਹਾਂ ਪਾਸਿਆਂ ਤੋਂ ਰਹਿ ਜਾਵੇ। ਉਧਰ ਗੁਰੂ ਸਾਹਿਬ ਜੀ ਹਨ ਤੇ ਇਧਰ ਮੇਰਾ ਕੁੜਮ ਹੈ। ਗੁਰੂ ਸਾਹਿਬ ਜੀ ਨਾਲ ਵੈਰ ਕਰਨਾ ਵੀ ਚੰਗਾ ਨਹੀਂ ਹੋਏਗਾ। ਤੇ ਉਸਨੇ ਆਪਣੇ ਕੁੜਮ ਨੂੰ ਸੁਨੇਹਾ ਭੇਜਿਆ ਕਿ ਮੈਂ ਤੁਹਾਡੀ ਗੁਰੂ ਸਾਹਿਬ ਜੀ ਨਾਲ ਸੁਲ੍ਹਾ ਕਰਵਾ ਦੇਵਾਂਗਾ। ਵਿਅਰਥ ਦੀ ਲੜਾਈ ਵਿੱਚ ਕੁਛ ਨਹੀਂ ਰੱਖਿਆ। ਜਦ ਜਸਵਾਲੀਏ ਤੇ ਵਜ਼ੀਰ ਨੇ ਫਤਿਹ ਸ਼ਾਹ ਦੀ ਗੁਰੂ ਸਾਹਿਬ ਜੀ ਨਾਲ ਸੁਲ੍ਹਾ ਕਰਵਾਉਣ ਦੀ ਗੱਲ ਭੀਮ ਚੰਦ ਨੂੰ ਦੱਸੀ ਤਾਂ ਉਸਨੇ ਅਤਿਅੰਤ ਗੁੱਸੇ ਵਿੱਚ ਆਣ ਕੇ ਕੂਚ ਦਾ ਨਗਾਰਾ ਵਜਾ ਦਿੱਤਾ ਤੇ ਘੋੜੇ ਹਾਥੀ ਤੁਰਨ ਵਾਸਤੇ ਤਿਆਰ ਕਰ ਲਏ। ਜਦ ਇਹ ਗੱਲ ਫਤਿਹ ਸ਼ਾਹ ਨੂੰ ਪਤਾ ਲੱਗੀ ਤਾਂ ਉਸਨੇ ਝੱਟ ਹੀ ਆਪਣੇ ਮੰਤਰੀ ਨੂੰ ਭੇਜ ਕੇ ਰਾਜੇ ਪਾਸੋਂ ਮਾਫੀ ਮੰਗੀ ਤੇ ਆਖਿਆ, ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ। ਤੁਹਾਡੇ ਨਾਲ ਮਿਲ ਕੇ ਮੈਂ ਗੁਰੂ ਜੀ ਨਾਲ ਯੁੱਧ ਕਰਨ ਨੂੰ ਵੀ ਤਿਆਰ ਹਾਂ, ਪਰ ਮੇਰੀ ਲੜਕੀ ਦਾ ਡੋਲਾ ਨਾ ਛੱਡੋ।
ਭੀਮ ਚੰਦ ਦੇ ਕਹਿਣ ਤੇ ਰਾਜਾ ਫਤਿਹ ਸ਼ਾਹ ਨੇ ਗੁਰੂ ਸਾਹਿਬ ਜੀ ਦਾ ਤੰਬੋਲ ਲੈਣ ਤੋਂ ਨਾ ਕਰ ਦਿੱਤੀ। ਇਹ ਵੇਖ ਕੇ ਦੀਵਾਨ ਨੰਦ ਚੰਦ ਤੇ ਦਇਆ ਰਾਮ ਨੇ ਝਟਪਟ ਹੀ ਆਪਣਾ ਤੰਬੋਲ ਸੰਭਾਲ ਕੇ ਵਾਪਸ ਜਾਣ ਦੀ ਤਿਆਰੀ ਕਰ ਲਈ। ਪਰ ਜਦ ਇਸ ਗੱਲ ਦਾ ਪਤਾ ਰਾਜੇ ਭੀਮ ਚੰਦ ਤੇ ਫਤਿਹ ਸ਼ਾਹ ਨੂੰ ਲੱਗਾ ਗੁਰੂ ਸਾਹਿਬ ਜੀ ਦਾ ਦੀਵਾਨ ਤੰਬੋਲ ਦੀ ਸਭ ਵਸਤੂ ਸੰਭਾਲ ਕੇ ਤੁਰ ਪਿਆ ਹੈ, ਤਾਂ ਉਹਨਾਂ ਨੇ ਆਪਣੇ ਆਦਮੀਆਂ ਨੂੰ ਹੁਕਮ ਕੀਤਾ ਕਿ ਕੁਝ ਘੋੜੇ ਲੈ ਕੇ ਉਹਨਾਂ ਨੂੰ ਰਾਹ ਵਿੱਚ ਰੋਕ ਕੇ ਸਭ ਆਦਮੀਆਂ ਨੂੰ ਮਾਰ ਦਿਓ ਤੇ ਤੰਬੋਲ ਖੋਹ ਲਓ। ਦੀਵਾਨ ਨੰਦ ਚੰਦ ਤੇ ਉਹਨਾਂ ਦੇ ਹੋਰ ਸਾਥੀ ਜੋ ਤੰਬੋਲ ਲੈ ਕੇ ਵਾਪਸ ਜਾ ਰਹੇ ਸਨ, ਗੁਰੂ ਸਾਹਿਬ ਜੀ ਦੇ ਯੋਧਿਆਂ ਨੂੰ ਵੀ ਪਤਾ ਲੱਗ ਗਿਆ ਕਿ ਅੱਗੇ ਪਹਾੜੀਆਂ ਨੇ ਘਾਟ ਨੂੰ ਰੋਕ ਕੇ ਰੱਖਿਆ ਹੋਇਆ ਹੈ ਤੇ ਪਿੱਛੋਂ ਹੋਰ ਫੌਜ ਆ ਰਹੀ ਹੈ। ਦੀਵਾਨ ਨੰਦ ਚੰਦ ਨੇ ਆਪਣੇ ਯੋਧਿਆਂ ਨੂੰ ਕਿਹਾ, ਹੁਣ ਵੇਲਾ ਹੈ, ਹੱਲਾ ਬੋਲ ਕੇ ਵੈਰੀਆਂ ਨੂੰ ਭਗਦੜ ਪਾ ਦਿਓ। ਜੇ ਪਿੱਛੋਂ ਹੋਰ ਫੌਜ ਆ ਗਈ ਤਾਂ ਫਿਰ ਕੁਝ ਔਖਾ ਹੋ ਜਾਵੇਗਾ। ਇਹ ਹੁਕਮ ਸੁਣਦਿਆਂ ਹੀ ਸਭ ਯੋਧਿਆਂ ਨੇ ਇੱਕੋ ਵਾਰ ਨਾਲ ਹੱਲਾ ਬੋਲ ਕੇ ਵੈਰੀਆਂ ਨੂੰ ਭਾਜੜਾਂ ਪਾ ਦਿੱਤੀਆਂ। ਘਾਟ ਪਾਰ ਕਰਕੇ ਡੇਰੇ ਆ ਗਏ। ਦੀਵਾਨ ਨੰਦ ਚੰਦ ਨੇ ਡੇਰੇ ਪਹੁੰਚ ਕੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਸਾਰੇ ਰਾਜਿਆਂ ਦੀ ਸਲਾਹ ਨਾਲ ਫਤਿਹ ਸ਼ਾਹ ਤੁਹਾਡੇ ਨਾਲ ਲੜਨ ਵਾਸਤੇ ਤਿਆਰੀ ਕਰ ਰਿਹਾ ਹੈ। ਤੁਸੀਂ ਵੀ ਆਪਣੇ ਦਲ ਨੂੰ ਸਾਵਧਾਨ ਕਰ ਲਓ। ਫਤਿਹ ਸ਼ਾਹ ਪਹੁੰਚਣ ਹੀ ਵਾਲਾ ਹੈ। ਸਾਰੇ ਪਹਾੜੀ ਰਾਜਿਆਂ ਦੀ ਸੈਨਾ ਉਸਨੇ ਇਕੱਠੀ ਕਰ ਲਈ ਹੈ। ਗੁਰੂ ਸਾਹਿਬ ਜੀ ਨੇ ਗਰਜ ਕੇ ਕਿਹਾ ਕਿ ਸਾਡਾ ਰਾਖਾ ਅਕਾਲ ਪੁਰਖ ਹੈ। ਅਸੀਂ ਸ਼ਤਰੂਆਂ ਦੇ ਖੂਨ ਦੀਆਂ ਨਦੀਆਂ ਵਹਾ ਦੇਵਾਂਗੇ। ਅਸੀਂ ਐਸੇ ਭਿਆਨਕ ਬਾਣ ਛੱਡਾਂਗੇ ਜਿਹੜੇ ਵੈਰੀਆਂ ਨੂੰ ਚੀਰ ਕੇ ਰੱਖ ਦੇਣਗੇ। ਦੀਵਾਨ ਨੰਦ ਚੰਦ ਨੇ ਦੱਸਿਆ ਕਿ ਫਤਿਹ ਸ਼ਾਹ ਨੂੰ ਸਾਰੇ ਪਹਾੜੀ ਰਾਜਿਆਂ ਨੇ ਅੱਗੇ ਲਾ ਕੇ ਤੁਹਾਡੇ ਨਾਲ ਪਾਉਂਟਾ ਸਾਹਿਬ ਆਣ ਕੇ ਜੰਗ ਕਰਨ ਵਾਸਤੇ ਤਿਆਰ ਕੀਤਾ ਹੈ। ਪਰ ਇਹ ਗੱਲ ਚੰਗੀ ਨਹੀਂ ਹੋਵੇਗੀ ਕਿ ਸਾਡਾ ਨਗਰ ਲੜਾਈ ਦਾ ਅਖਾੜਾ ਬਣ ਜਾਵੇ। ਇਸ ਵਾਸਤੇ ਪਹਾੜੀ ਰਾਜਿਆਂ ਨਾਲ ਟੱਕਰ ਲੈਣ ਵਾਸਤੇ ਸਾਨੂੰ ਪਾਉਂਟਾ ਸਾਹਿਬ ਤੋਂ ਦੂਰ ਜਾ ਕੇ ਅੱਗੇ ਵੈਰੀ ਦਾ ਰਾਹ ਰੋਕ ਲੈਣਾ ਚਾਹੀਦਾ ਹੈ। ਦਇਆ ਰਾਮ ਦੀ ਇਹ ਵਿਉਂਤ ਸੁਣ ਕੇ ਗੁਰੂ ਸਾਹਿਬ ਜੀ ਨੇ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ। ਮਾਮਾ ਕਿਰਪਾਲ ਚੰਦ ਨੇ ਕਿਹਾ, ਭੰਗਾਣੀ ਦਾ ਮੈਦਾਨ ਇਸ ਵਾਸਤੇ ਬਹੁਤ ਚੰਗਾ ਹੈ। ਉਹੀ ਰਸਤਾ ਵੈਰੀ ਦੇ ਆਉਣ ਦਾ ਹੈ। ਫਤਿਹ ਸ਼ਾਹ ਨਾਲ ਜੰਗ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਦਲ ਵਿੱਚ ਬਹੁਤ ਉਤਸ਼ਾਹ ਹੋ ਗਿਆ। ਸਭ ਨੇ ਆਪੋ ਆਪਣੇ ਸ਼ਸਤਰ ਤਿਆਰ ਕਰ ਲਏ। ਮਾਰਾ ਬਖਾਰਾ ਦੇ ਚਾਰ ਚਫੇਰੇ ਨਾਅਰੇ ਲੱਗਣ ਲੱਗ ਪਏ। ਉਧਰ ਪਹਾੜੀ ਰਾਜਿਆਂ ਨੇ ਜਦ ਸੁਣਿਆ ਕਿ ਗੁਰੂ ਜੀ ਦੇ ਯੋਧੇ ਸਾਡੇ ਆਦਮੀਆਂ ਨੂੰ ਮਾਰ ਕੁੱਟ ਕੇ ਘਾਟ ਲੰਘ ਕੇ ਤੰਬੋਲ ਸਹੀ ਸਲਾਮਤ ਵਾਪਸ ਲੈ ਗਏ ਹਨ, ਤਾਂ ਉਹ ਬੜੇ ਸ਼ਰਮਸ਼ਾਰ ਹੋਏ। ਭੀਮ ਚੰਦ ਨੇ ਆਪਣਾ ਮੰਤਰੀ ਰਾਜਾ ਫਤਿਹ ਸ਼ਾਹ ਪਾਸ ਭੇਜ ਕੇ ਆਖਿਆ ਕਿ ਤਗੜਾ ਹੋ ਕੇ ਗੁਰੂ ਸਾਹਿਬ ਜੀ ਨਾਲ ਜੰਗ ਲੜ। ਐਸੇ ਵੇਲੇ ਸਾਰੇ ਰਾਜਿਆਂ ਦੀ ਫੌਜ ਵੀ ਜੋ ਵਿਆਹ ਦੇ ਬਹਾਨੇ ਇਕੱਠੀ ਹੋਈ ਹੈ ਨਾਲ ਲੈ ਜਾਵੋ। ਗੁਰੂ ਜੀ ਨੂੰ ਜੰਗ ਕਰਕੇ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਦਿਓ। ਭੀਮ ਚੰਦ ਦੀ ਮਰਜ਼ੀ ਅਨੁਸਾਰ ਰਾਜਾ ਫਤਿਹ ਸ਼ਾਹ ਗੁਰੂ ਸਾਹਿਬ ਜੀ ਨਾਲ ਜੰਗ ਕਰਨ ਵਾਸਤੇ ਆਪਣੀ ਸੈਨਾ ਨੂੰ ਤਿਆਰ ਕਰਕੇ ਧੌਂਸੇ ਤੋਂ ਘਾਰਦਾ ਹੋਇਆ ਬੜੇ ਜ਼ੋਰ ਸ਼ੋਰ ਨਾਲ ਪਾਉਂਟਾ ਸਾਹਿਬ ਨੂੰ ਚੜ੍ਹ ਆਇਆ। ਗੁਰੂ ਸਾਹਿਬ ਜੀ ਨੇ ਅਰਦਾਸਾ ਸੋਧਿਆ। ਇੱਕ ਤੇਜ਼ਧਾਰ ਕਿਰਪਾਨ ਗਲੇ ਵਿੱਚ ਪਹਿਨ ਲਈ ਆਪਣੇ ਬਲਵਾਨ ਸੁੰਦਰ ਘੋੜੇ ਉੱਤੇ ਸਵਾਰ ਹੋ ਕੇ ਸਾਰੀ ਸੈਨਾ ਨੂੰ ਨਾਲ ਲੈ ਕੇ ਧੌਂਸੇ ਉੱਤੇ ਦੋਹਰੀਆਂ ਚੋਟਾਂ ਮਾਰ ਕੇ ਮਾਰਾ ਬਕਾਰਾ ਦੇ ਨਾਅਰੇ ਲਾਉਂਦੇ ਹੋਏ ਜੰਗ ਸਥਾਨ ਵੱਲ ਨੂੰ ਬੜੇ ਚਾਅ ਤੇ ਉਤਸ਼ਾਹ ਨਾਲ ਚੱਲ ਪਏ। ਇੰਨੀ ਗੱਲ ਹੋ ਰਹੀ ਸੀ, ਇੱਕ ਵੱਡਾ ਫੌਜੀ ਟੋਲਾ ਆਇਆ ਜਿਸ ਨੇ ਬੰਦੂਕਾਂ ਚਲਾ ਕੇ ਰੌਲਾ ਪਾ ਦਿੱਤਾ। ਨੰਦ ਚੰਦ ਨੇ ਕਿਹਾ, ਵੇਖੋ ਮਹਾਰਾਜ ਜੀ, ਇਹ ਕੌਣ ਹਨ ਜਿਸ ਨੇ ਪਹਾੜੀ ਰਾਜਿਆਂ ਦੀ ਸੈਨਾ ਨੂੰ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਇੰਨੇ ਚਿਰ ਨੂੰ ਅੱਗੋਂ ਇੱਕ ਸਿਪਾਹੀ ਆਇਆ ਜਿਸ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਦੱਸਿਆ ਕਿ ਪੀਰ ਬੁੱਧੂ ਸ਼ਾਹ ਆਪਣੇ 5 ਪੁੱਤਰ 700 ਸਿਪਾਹੀਆਂ ਨੂੰ ਨਾਲ ਲੈ ਕੇ ਹਾਜ਼ਰ ਹੋਇਆ ਹੈ ਜੋ ਦੁਸ਼ਮਣਾਂ ਨਾਲ ਜੰਗ ਕਰ ਰਿਹਾ ਹੈ। ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਤੇ ਯੋਧਿਆਂ ਨੂੰ ਆਖਿਆ, ਤੁਸੀਂ ਵੀ ਇਕੱਠੇ ਹੋ ਕੇ ਜ਼ੋਰਦਾਰ ਹੱਲਾ ਬੋਲ ਕੇ ਦੁਸ਼ਮਣ ਉੱਤੇ ਪੈ ਜਾਓ। ਫਤਿਹ ਸ਼ਾਹ ਨੇ ਭੀਖਣ ਖਾਂ ਨੂੰ ਕਿਹਾ ਕਿ ਹੁਣ ਦੇਰ ਕਿਉਂ ਕੀਤੀ ਹੈ, ਲੁੱਕ ਕੇ ਖੜੇ ਹੋ ਰਹੇ ਹੋ, ਤੁਹਾਨੂੰ ਲੁੱਟ ਮਾਫ ਹੈ। ਫਤਿਹ ਸ਼ਾਹ ਪਾਸੋਂ ਇਹ ਗੱਲ ਸੁਣ ਕੇ ਭੀਖਣ ਸ਼ਾਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਅੱਗੇ ਵਧਿਆ ਤੇ ਕਿਹਾ, ਹੱਲਾ ਕਰਕੇ ਇੱਕ ਵਾਰ ਜ਼ੋਰ ਪਾ ਕੇ ਦੁਸ਼ਮਣਾਂ ਨੂੰ ਪਿੱਛੇ ਕਰ ਦਿਓ ਤੇ ਪਾਉਂਟਾ ਸਾਹਿਬ ਲੁੱਟ ਲਵੋ। ਪਠਾਣਾਂ ਦਾ ਹੱਲਾ ਵੇਖ ਕੇ ਦਇਆ ਰਾਮ ਨੰਦ ਚੰਦ ਆਪਣੇ ਯੋਧਿਆਂ ਨੂੰ ਨਾਲ ਲੈ ਕੇ ਅੱਗੇ ਹੋਇਆ। ਆਮੋ ਸਾਹਮਣੇ ਦੋਹਾਂ ਪਾਸਿਆਂ ਤੋਂ ਸ਼ਸਤਰ ਚੱਲਣੇ ਆਰੰਭ ਹੋ ਗਏ। ਸੂਰਮੇ ਫੱਟੜ ਹੋ ਕੇ ਡਿੱਗਣ ਲੱਗੇ। ਦੋਹਾਂ ਪਾਸਿਆਂ ਤੋਂ ਸਾਹਮਣੇ ਡਟ ਕੇ ਗੋਲੀਆਂ ਤੇ ਬਾਣ ਚੱਲਣ ਲੱਗੇ ਤੇ ਫਿਰ ਘਮਸਾਨ ਦਾ ਯੁੱਧ ਹੋਇਆ। ਸੂਰਮਿਆਂ ਅੱਗੇ ਯੁੱਧ ਦੇ ਮਾਰੂ ਢੋਲ ਵੱਜ ਰਹੇ ਸਨ। ਯੋਧੇ ਮਾਰ ਲਓ ਪੁਕਾਰਦੇ ਹੋਏ ਵੈਰੀਆਂ ਤੇ ਟੁੱਟ ਕੇ ਪੈ ਗਏ। ਪੀਰ ਬੁੱਧੂ ਸ਼ਾਹ ਆਪਣੇ 4 ਪੁੱਤਰਾਂ ਨੂੰ ਨਾਲ ਲੈ ਕੇ ਵੈਰੀਆਂ ਤੇ ਝਪਟ ਕੇ ਪੈ ਗਏ। ਜਦ ਭਿਆਨਕ ਯੁੱਧ ਹੋਣ ਲੱਗਾ, ਗੁਰੂ ਸਾਹਿਬ ਜੀ ਨੇ ਇੱਕ ਸਿੱਖ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਦੀ ਆਗਿਆ ਨਾਲ ਲੱਕੜ ਦੀ ਤੋਪ ਬਣਾਈ। ਉਸਨੇ ਉੱਚੇ ਥਾਂ ਰੱਖ ਕੇ ਪੱਥਰ ਦਾ ਗੋਲਾ ਤੇ ਬਰੂਦ ਭਰ ਕੇ ਦੁਸ਼ਮਣ ਦੀ ਸੈਨਾ ਵੱਲ ਮੂੰਹ ਕਰਕੇ ਛੱਡ ਦਿੱਤਾ। ਗੋਲਾ ਬੜੇ ਜ਼ੋਰ ਨਾਲ ਸੈਨਾ ਵਿੱਚ ਡਿੱਗ ਪਿਆ, ਜਿਸ ਨੂੰ ਵੇਖ ਕੇ ਦੁਸ਼ਮਣਾਂ ਦੀ ਸੈਨਾ ਇੱਧਰ ਉੱਧਰ ਭੱਜਣ ਲੱਗ ਪਈ। ਗੁਰੂ ਸਾਹਿਬ ਜੀ ਦੀ ਜੈ ਦੀਆਂ ਸਾਰੇ ਪਾਸਿਆਂ ਤੋਂ ਆਵਾਜ਼ਾਂ ਆਉਣ ਲੱਗੀਆਂ। ਦੂਜੀ ਵਾਰ ਫਿਰ ਗੋਲਾ ਬਰੂਦ ਭਰ ਕੇ ਦੁਸ਼ਮਣ ਦੇ ਇਕੱਠ ਵਿੱਚ ਰਾਮ ਸਿੰਘ ਨੇ ਤੋਪ ਚਲਾਈ, ਜਿਸ ਨੂੰ ਵੇਖ ਕੇ ਪਹਾੜੀਏ ਹੈਰਾਨ ਹੋ ਗਏ ਕਿ ਇਹ ਕੀ ਅਜਬ ਤਮਾਸ਼ਾ ਹੈ। ਲੱਕੜ ਦੀ ਤੋਪ ਨਾਲ ਹੀ ਸਾਡੀ ਸੈਨਾ ਦਾ ਨਾਸ ਹੋ ਰਿਹਾ ਹੈ।
ਇਸ ਭਿਆਨਕ ਯੁੱਧ ਵਿੱਚ ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਜਵਾਨ ਸ਼ਹੀਦ ਹੋ ਗਏ। ਪਹਾੜੀਆਂ ਦੀ ਵੀ ਬਹੁਤ ਸਾਰੀ ਸੈਨਾ ਮਾਰੀ ਗਈ। ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਵੀ ਸ਼ਹੀਦ ਹੋ ਗਏ। ਇਸ ਯੁੱਧ ਵਿੱਚ ਭਾਈ ਸੰਗੋ ਸ਼ਾਹ ਵੀ ਸ਼ਹੀਦ ਹੋ ਗਏ। ਜਦ ਗੁਰੂ ਸਾਹਿਬ ਜੀ ਨੇ ਭਾਈ ਸੰਗੋ ਸ਼ਾਹ ਨੂੰ ਸ਼ਹੀਦ ਹੁੰਦਿਆਂ ਵੇਖਿਆ ਤਾਂ ਗੁਰੂ ਸਾਹਿਬ ਜੀ ਬੜੇ ਕ੍ਰੋਧ ਨਾਲ ਆਪ ਅੱਗੇ ਹੋਏ। ਇੱਕ ਜ਼ੋਰ ਦਾ ਤੀਰ ਮਾਰ ਕੇ ਇੱਕ ਪਠਾਨ ਨੂੰ ਧਰਤੀ ਉੱਤੇ ਸੁੱਟ ਦਿੱਤਾ। ਦੂਸਰਾ ਬਾਣ ਇੱਕ ਹੋਰ ਪਠਾਨ ਦੇ ਕੰਨ ਵਿੱਚ ਜਾ ਲੱਗਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪਠਾਨਾਂ ਨੂੰ ਭਾਜੜਾਂ ਪਾ ਦਿੱਤੀਆਂ। ਜਦ ਪਠਾਨਾਂ ਨੇ ਆਪਣੇ ਸਰਦਾਰ ਨੂੰ ਮਰਿਆ ਵੇਖਿਆ ਤਾਂ ਉਹ ਆਪ ਆਪਣੀ ਜਾਨ ਬਚਾਉਂਦੇ ਹੋਏ ਭੱਜਣ ਲੱਗ ਪਏ। ਜਦ ਆਨੰਦ ਚੰਦ ਤੇ ਦਇਆ ਰਾਮ ਨੇ ਗੁਰੂ ਸਾਹਿਬ ਜੀ ਨੂੰ ਕ੍ਰੋਧਵਾਨ ਵੇਖਿਆ ਤਾਂ ਭੱਜੇ ਜਾਂਦੇ ਬਹੁਤ ਸਾਰੇ ਪਠਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੁਰੂ ਸਾਹਿਬ ਜੀ ਨੇ ਹਰੀ ਚੰਦ ਨੂੰ ਵੰਗਾਰਿਆ ਕਿ ਤੈਨੂੰ ਬਾਣ ਚਲਾਉਣਾ ਨਹੀਂ ਆਉਂਦਾ, 3 ਵਾਰ ਤੂੰ ਕਰ ਲਏ ਹਨ, ਹੁਣ ਸਾਡੀ ਵਾਰੀ ਹੈ, ਤਗੜਾ ਹੋ ਜਾ। ਇਸ ਵੰਗਾਰ ਦੇ ਨਾਲ ਗੁਰੂ ਸਾਹਿਬ ਜੀ ਨੇ ਇੱਕ ਤਿੱਖਾ ਤੀਰ ਕੱਢ ਕੇ ਹਰੀ ਚੰਦ ਨੂੰ ਨਿਸ਼ਾਨਾ ਕਰਕੇ ਮਾਰਿਆ, ਜੋ ਉਸਦੀ ਛਾਤੀ ਵਿੱਚ ਲੱਗਾ। ਨਾਲ ਹੀ ਉਸਦੇ ਪ੍ਰਾਣ ਨਿਕਲ ਗਏ। ਹਰੀ ਚੰਦ ਦੇ ਡਿੱਗਣ ਨਾਲ ਹੀ ਪਹਾੜੀ ਰਾਜਿਆਂ ਦੇ ਦਲ ਵਿੱਚ ਰੌਲਾ ਪੈ ਗਿਆ ਤੇ ਗੁਰੂ ਜੀ ਦੇ ਬਾਣਾਂ ਤੋਂ ਡਰ ਕੇ ਸਭ ਹਾਰ ਖਾ ਕੇ ਭੱਜ ਗਏ। ਇਸ ਕਰਕੇ ਗੁਰੂ ਸਾਹਿਬ ਜੀ ਦੀ ਜਿੱਤ ਦੇ ਨਗਾਰੇ ਵੱਜਣ ਲੱਗ ਪਏ। ਇਸ ਤਰ੍ਹਾਂ ਜਦ ਰਾਜਾ ਹਰੀ ਚੰਦ ਤੇ ਨਿਜਾਬਤ ਖਾਂ ਆਦਿਕ ਯੋਧੇ ਬਹੁਤ ਸਾਰੀ ਸੈਨਾ ਨਾਲ ਮਾਰੇ ਗਏ ਤਾਂ ਰਾਜਾ ਫਤਿਹ ਚੰਦ ਤੇ ਉਸਦੇ ਸਾਥੀ ਬਚੇ ਕੁਚੇ ਆਦਮੀਆਂ ਨੂੰ ਨਾਲ ਲੈ ਕੇ ਹਾਰ ਖਾ ਕੇ ਭੱਜ ਗਏ। ਭੰਗਾਣੀ ਦੇ ਇਸ ਯੁੱਧ ਵਿੱਚ ਬੀਬੀ ਵੀਰੋ ਜੀ ਦੇ 2 ਪੁੱਤਰ ਜੀਤਮਲ ਤੇ ਸੰਗੋ ਸ਼ਾਹ ਸ਼ਹੀਦ ਹੋ ਗਏ। ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਸ਼ਹੀਦੀ ਪ੍ਰਾਪਤ ਕਰ ਗਏ। ਹੋਰ ਸਿੱਖ ਯੋਧੇ ਤੇ ਮੁਸਲਮਾਨ ਮਰੀਦਾ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਸਾਹਿਬ ਜੀ ਨੇ ਆਪਣੇ ਯੋਧਿਆਂ ਦੀਆਂ ਲਾਸ਼ਾਂ ਨੂੰ ਇਕੱਠਾ ਕਰਕੇ ਉੱਥੇ ਹੀ ਸੰਸਕਾਰ ਕਰ ਦਿੱਤਾ ਤੇ ਸੰਗੋ ਸ਼ਾਹ ਤੇ ਜੀਤਮਲ ਦੇ ਮ੍ਰਿਤਕ ਸਰੀਰਾਂ ਨੂੰ ਪੌਂਟਾ ਸਾਹਿਬ ਲੈ ਕੇ ਸੰਸਕਾਰ ਕੀਤਾ। ਪਹਾੜੀਏ ਆਪਣੇ ਮੁਰਦਿਆਂ ਦੀਆਂ ਲਾਸ਼ਾਂ ਤੇ ਫੱਟੜਾਂ ਨੂੰ ਉੱਥੇ ਹੀ ਛੱਡ ਕੇ ਭੱਜ ਗਏ। ਦੂਜੇ ਦਿਨ ਗੁਰੂ ਸਾਹਿਬ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਸਨਮਾਨ ਕੀਤਾ ਤੇ ਪੀਰ ਬੁੱਧੂ ਸ਼ਾਹ ਦੇ ਜੋ 2 ਪੁੱਤਰ ਸ਼ਹੀਦ ਹੋ ਗਏ ਸਨ ਉਹਨਾਂ ਦਾ ਗੁਰੂ ਸਾਹਿਬ ਜੀ ਨੇ ਅਫਸੋਸ ਕੀਤਾ। ਪੀਰ ਬੁੱਧੂ ਸ਼ਾਹ ਨੂੰ ਸਨਮਾਨ ਕਰਕੇ ਆਪਣੀ ਦਸਤਾਰ ਤੇ ਕੰਘਾ, ਜਿਸ ਵਿੱਚ ਆਪ ਜੀ ਦੇ ਪਵਿੱਤਰ ਕੇਸ ਵੀ ਸਨ, ਯਾਦਗਾਰ ਵਜੋਂ 5000 ਰੁਪਇਆ ਮੁਰੀਦਾਂ ਨੂੰ ਇਨਾਮ ਦੇਣ ਵਾਸਤੇ ਬਖਸ਼ਿਸ਼ ਕੀਤੀ ਤੇ ਫਰਮਾਇਆ, ਇਸ ਸਾਡੀ ਯਾਦਗਾਰ ਨੂੰ ਸੰਭਾਲ ਕੇ ਰੱਖਣਾ। ਜਦ ਖਾਲਸੇ ਦਾ ਰਾਜ ਹੋਵੇਗਾ ਤਾਂ ਇਹ ਤੇਰੀ ਅੰਸ ਬੰਸ ਦੇ ਕੰਮ ਆਵੇਗਾ। ਇਸ ਤਰ੍ਹਾਂ ਆਪ ਜੀ ਦੀਆਂ ਖੁਸ਼ੀਆਂ ਲੈ ਕੇ ਪੀਰ ਜੀ ਵਾਪਸ ਸੰਢੋਰੇ ਆ ਗਏ। ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਯਾਦਗਾਰ ਨੂੰ ਵਿਰੋਧੀਆਂ ਦੇ ਹੱਲੇ ਗੁੱਲੇ ਤੋਂ ਬਚਾ ਕੇ ਰੱਖਣ ਵਾਸਤੇ ਪੀਰ ਜੀ ਨੇ ਸੰਦੂਖੜੀ ਵਿੱਚ ਬੰਦ ਕਰਕੇ ਕੰਧ ਵਿੱਚ ਚਿਣਵਾ ਦਿੱਤਾ। ਫਿਰ ਆਪ ਜੀ ਨੇ ਆਪਣੀ ਭੂਆ ਦੇ ਪੁੱਤਰਾਂ ਜੀਤਮਲ ਤੇ ਸੰਗੋ ਸ਼ਾਹ ਦੇ ਸ਼ਹੀਦ ਹੋਣ ਬਾਰੇ ਉਹਨਾਂ ਦੇ ਭਰਾਵਾਂ ਮਾਰੀ ਚੰਦ, ਗੁਲਾਬ ਚੰਦ ਤੇ ਗੰਗਾ ਰਾਮ ਨਾਲ ਬਹੁਤ ਅਫਸੋਸ ਕੀਤਾ ਤੇ ਬੜੇ ਕੀਮਤੀ ਜੇਵਰ ਧਨ ਤੇ ਦੁਸ਼ਾਲੇ ਆਦਿ ਸਿਰੋਪਾਅ ਵਜੋਂ 3 ਭਰਾਵਾਂ ਨੂੰ ਦਿੱਤੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਾਕੀ ਸਭ ਯੋਧਿਆਂ ਨੂੰ ਵੀ ਇਨਾਮ ਵਜੋਂ ਬਹੁਤ ਸਾਰੀਆਂ ਬਖਸ਼ਿਸ਼ਾਂ ਦਿੱਤੀਆਂ। ਭੰਗਾਣੀ ਦੀ ਜਿੱਤ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਅਨੰਦਪੁਰ ਵਾਪਸ ਜਾਣ ਦਾ ਸੋਚਿਆ। ਗੁਰੂ ਸਾਹਿਬ ਜੀ ਨੇ ਸੋਚਿਆ ਕਿ ਆਪਣੀ ਹਾਰ ਕਰਕੇ ਭੀਮ ਚੰਦ ਤੇ ਉਸਦੇ ਹੋਰ ਸਾਥੀ ਸਾਡੀ ਗੈਰ ਹਾਜ਼ਰੀ ਵਿੱਚ ਅਨੰਦਪੁਰ ਸਾਹਿਬ ਉੱਤੇ ਕਬਜ਼ਾ ਨਾ ਕਰ ਲੈਣ। ਫਿਰ ਇਸ ਵਾਸਤੇ ਸਾਨੂੰ ਆਪਣਾ ਨਗਰ ਉਹਨਾਂ ਤੋਂ ਛਡਾਉਣ ਵਾਸਤੇ ਲੜਾਈ ਕਰਨੀ ਪਵੇਗੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪੌਂਟਾ ਸਾਹਿਬ ਤੋਂ ਤਿਆਰੀ ਕਰਕੇ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਲਏ। ਸਾਧ ਸੰਗਤ ਜੀ, ਇਹ ਸੀ ਗੁਰੂ ਸਾਹਿਬ ਜੀ ਦੇ ਭੰਗਾਣੀ ਦੇ ਯੁੱਧ ਦੀ ਸਾਖੀ। ਲੜੀ ਨੂੰ ਛੋੜਨ ਲਈ ਪਿਛਲੀਆਂ ਸਾਖੀਆਂ ਸਰਵਣ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।